ਕਰ ਰਿਹਾ ਹੈ ਕਿ ਹਾਂ ਬਿਲਕੁਲ ਜੇ ਤੇਰੇ ਕੋਲ ਪ੍ਰੂਫ ਹੈ ਤੇ ਉੱਤੇ ਆ ਜਾ, ਜਿਵੇਂ ਉਹਨਾਂ ਦਾ ਗ੍ਰੈਂਡਸਨ ਆ ਤੇ ਬਿਲਕੁਲ ਮੈਂ ਨਾ ਉਹਨਾਂ ਦਾ ਗ੍ਰੈਂਡਸਨ ਨਾ ਗ੍ਰੇਟ ਗ੍ਰੈਂਡਸਨ ਨਾ ਕੋਈ ਵੀ ਮੇਰਾ ਉਹਨਾਂ ਨਾਲ 101% ਉਹੀ ਹੈ ਮੁਹੰਮਦ ਅਹਿਮਦ ਸੁਣ ਰਹੇ ਮੁਹੰਮਦ ਅਹਿਮਦ ਸਾਹਿਬ। ਤੁਹਾਡੇ ਅੰਦਰ ਯਕੀਨ ਮੰਨੋ ਗੈਰਤ ਨਾਮ ਦੀ ਕੋਈ ਸ਼ੈ ਨਹੀਂ ਹੈ। ਕਿਉਂ ਕਿ ਤੁਸੀਂ ਹਰ ਵਾਰੀ ਇੱਕ ਝੂਠਾ ਪ੍ਰਾਪੋਗੰਡੇ ਦੀ ਸਾਈਡ ਲਈਏ, ਝੂਠਾ ਪ੍ਰਾਪੋਗੰਡਾ ਕੀਤਾ, ਝੂਠਾ ਪ੍ਰਾਪੋਗੰਡੇ ਦੇ ਨਾਲ ਹੀ ਇਹਦੇ 'ਚ ਸਾਬਤ ਇਹ ਹੁੰਦਾ ਕਿ ਤੁਸੀਂ ਹਮੇਸ਼ਾ ਝੂਠ ਬੋਲਿਆ। ਤੁਸੀਂ ਆਂਦੇ ਵੀ ਮੈਨੂੰ ਪ੍ਰੂਫ ਦੇ ਕਿ ਮੇਰੀ ਕੁੜੀ ਨੂੰ ਗਾਲਾਂ ਕੱਢੀਆਂ ਗਈਆਂ ਨੇ, ਮੈਂ ਤੁਹਾਡੇ ਕੋਲ ਪ੍ਰੂਫ ਅੱਜ ਮੰਗਿਆ ਨਾ, ਇਸ ਵਜ੍ਹਾ ਤੋਂ ਮੰਗਿਆ ਸੀ, ਤੁਹਾਡੀ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਮੰਗਿਆ ਸੀ। ਤੁਸੀਂ ਅੱਜ ਉੱਥੇ ਬਹਿ ਕੇ ਇੱਕ ਝੂਠਾ ਪ੍ਰਾਪੋਗੰਡਾ ਕੀਤਾ ਕਿ ਮੁਬਸ਼ਰ ਰਜ਼ਾ ਸਾਹਿਬ ਨੇ ਮੇਰੀ ਫੈਮਿਲੀ ਦੀ ਚੀਜ਼ਾਂ ਲੀਕ ਕੀਤੀਆਂ ਨੇ, ਹਾਲਾਂਕਿ ਤੁਸੀਂ ਵਿੱਚੋਂ ਗੱਲ ਖਾ ਗਏ ਹੋ ਕਿ ਤੁਸੀਂ ਉਹਦੇ ਬਾਰੇ 'ਚ ਉਹਦੀ ਫੈਮਿਲੀ ਦੇ ਬਾਰੇ 'ਚ ਗਲਤ ਇਲਜ਼ਾਮ ਲਾ ਰਹੇ ਸੋ ਬਹਿ ਕੇ ਥੱਲੇ, ਤੇ ਉਸ ਤੋਂ ਬਾਅਦ ਉਹਨੇ ਉੱਤੇ ਬਿਆਨ ਕੀਤਾ ਤੇ ਬਿਆਨ ਵੀ ਉਹਨੇ ਜਿਸ ਤਰ੍ਹਾਂ ਹਾਈਡਲੀ ਕੀਤਾ, ਸੁਣ ਬਿਆਨ ਵੀ ਉਹਨੇ ਜਿਸ ਤਰ੍ਹਾਂ ਹਾਈਡਲੀ ਕੀਤਾ ਉਹ ਮੇਰੇ ਤੱਕ ਪਹੁੰਚਿਆ ਤੇ ਫਿਰ ਤੁਹਾਡੇ ਅਲਫਾਜ਼ ਤੇ ਮੈਂ ਖੁਦ ਸੁਣੇ ਸਨ, ਠੀਕ ਹੈ, ਕਿ ਜਿਹੜੇ ਤੁਸੀਂ ਬਿਆਨ ਕਰਕੇ ਲੋਕਾਂ ਅੱਗੋਂ ਕਰਬਲਾ ਮਚਾਈ ਸੀ। ਅੱਜ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ ਉੱਥੇ ਕਰਬਲਾ ਮਚੀ ਸੀ, ਯਕੀਨ ਮੰਨੋ ਮਾਤਮ ਹੋ ਰਹੇ ਸਨ ਕਿ ਸਕੀਨਾ ਦੇ ਉੱਤੋਂ ਦੁਪੱਟਾ ਉਤਰ ਗਿਆ ਜੀ, ਠੀਕ ਹੈ, ਤੇ ਫਲਾਂ ਦੇ ਉੱਤੇ ਭਾਈ ਜੀ ਹਮਲਾ ਹੋ ਗਿਆ, 1 ਲੱਖ ਯਜ਼ੀਦੀਆਂ ਨੇ ਹਮਲਾ ਕਰਤਾ, ਇਹ ਉੱਥੇ ਚੱਲ ਰਿਹਾ ਸੀ ਝੂਠਾ ਪ੍ਰਾਪੋਗੰਡਾ। ਲੇਕਿਨ ਕੋਈ ਐਸਾ ਕੰਮ ਨਹੀਂ ਸੀ ਹੋਇਆ, ਕੁਛ ਵੀ ਨਹੀਂ ਸੀ ਹੋਇਆ। ਤੁਸੀਂ ਜੋ ਡਿਜ਼ਰਵ ਕਰਦੇ ਸੋ, ਠੀਕ ਹੈ, ਉਹ ਤੁਹਾਨੂੰ ਮਿਲਿਆ। ਮਲਕ ਨੂੰ ਨਾਲ ਲਾਇਆ, ਮਲਕ ਨੂੰ ਨਾਲ ਬਿਠਾਇਆ ਕੇ ਕਹਿ ਰਹੇ ਨੇ ਕਿ ਗੰਦ ਨੂੰ ਨਾਲ ਲੈ ਕੇ ਚੱਲਣਾ ਸੀ। ਰਾਣੀ ਸਾਹਿਬ ਮੈਂ ਤੁਹਾਡੀ ਗੱਲ ਇੱਕ ਮਿੰਟ ਗੱਲ ਸੁਣੋ। ਚੌਧਰੀ ਨਸਰੁੱਲਾ ਸਾਹਿਬ ਨੂੰ ਭਾਇਆ ਜਿਹੜੇ ਲਗਾਤਾਰ ਗਾਲਾਂ ਕੱਢ ਰਹੇ ਨੇ, ਮਲਕ ਤਲਤ ਸਾਹਿਬ ਨੂੰ ਭਾਇਆ ਜਿਹੜੇ ਲਗਾਤਾਰ ਗਾਲਾਂ ਕੱਢ ਰਹੇ ਨੇ, ਮਾਵਾਂ ਭੈਣਾਂ ਦੀਆਂ ਉੱਤੇ ਕਹਿ ਰਹੇ ਨੇ ਕਿ ਮੈਂ ਉਹਦਾ ਅਜ਼ਾਏ ਮਖਸੂਸਾ ਅਮਨ ਨਜ਼ੀਰ ਦਾ ਫੜ ਕੇ, ਜ਼ਿਆ ਰਸੂਲ ਦਾ ਫੜ ਕੇ ਤੇਰੀ ਫਲਾਣੀ ਹਮਸ਼ੀਰਾ ਦੇ ਫਲਾਣੀ ਜਗ੍ਹਾ ਤੇ ਪਾਵਾਂ। ਉਸ ਬੰਦੇ ਨਾਲ ਬਹਿ ਕੇ ਕਹਿ ਰਹੇ ਨੇ ਗਾਲਾਂ ਕੱਢਦੀਆਂ। ਸੁਣੋ, ਖਲੀਫਾ ਵਕਤ ਦੀ ਗੈਰਤ ਨਹੀਂ ਆਈ ਇਹਨੂੰ ਕਿ ਖਲੀਫਾ ਵਕਤ ਦੀਆਂ ਫੋਟੋਆਂ ਲਾ ਕੇ ਤੇ ਕਿੰਨੇ ਦਿਨ ਟੰਗਦਾ ਰਿਹਾ ਉਹ ਲਾਂਤੀ ਇਨਸਾਨ ਮਲਕ ਤਲਤ, ਠੀਕ ਹੈ, ਉਹਦੀ ਗੈਰਤ ਨਹੀਂ ਆਈ। ਆਪਣੀ ਬੇਟੀ ਤੇ ਗੱਲ ਆਈਏ ਤੇ ਭੱਜ ਕੇ ਗੈਰਤ ਆ ਗਈ, ਤੁਹਾਨੂੰ ਭੱਜ ਕੇ ਗੈਰਤ ਆ ਗਈ। ਭਾਈ ਉਹਨੂੰ ਕਹਿ ਦਿੱਤਾ ਕਿ ਨਾ ਅੱਗੋਂ ਕੱਢੀ ਤੈਨੂੰ, ਤੁਹਾਨੂੰ ਨਹੀਂ ਕੋਈ ਕੱਢਦਾ, ਤੁਹਾਡੀ ਧੀ ਭੈਣ ਦੀ ਗੱਲ ਨਹੀਂ ਕੱਢੇਗਾ। ਲੇਕਿਨ ਤੁਸੀਂ ਵੀ ਤੇ ਗੈਰਤ ਖਾਓ, ਜਿਹੜੇ ਅਲਫਾਜ਼ ਬੋਲੇ ਜੇ ਅੱਜ ਉਹ ਸਾਬਤ ਵੀ ਤੇ ਕੀਤੇ ਜੇ ਨਾ ਕਿ ਗੰਦ ਨੂੰ ਨਾਲ ਲੈ ਕੇ ਚੱਲਣਾ। ਗੰਦ ਨੂੰ ਨਾਲ ਲੈ ਕੇ ਇਹੋ ਜਿਹਾ ਗੰਦ ਨਾਲ ਲੈ ਕੇ ਚੱਲੋਗੇ ਤੇ ਖਲੀਫਾ ਵਕਤ ਦੀਆਂ ਔਰਤਾਂ ਦੀਆਂ ਤਸਵੀਰਾਂ ਲਾਏਗਾ ਤੇ ਉਸ ਐਡੇ ਵੱਡੇ ਗੰਦ ਨੂੰ ਨਾਲ ਲੈ ਕੇ ਚੱਲੋਗੇ। ਗੰਦ ਲੈ ਕੇ ਚੱਲਣਾ ਜੇ ਗੰਦਾ ਬੰਦਾ ਨਾਲ ਬਿਠਾਇਆ ਤੇ ਐਸਾ ਜੇ ਅਲੀ ਅਕਬਰ ਜਿਹੜਾ ਉਮੁਲ ਮੁਮਿਨੀਨ ਨੂੰ ਗਾਲਾਂ ਕੱਢਦਾ ਰਹਿੰਦਾ ਸਾਰੀ ਦਿਹਾੜੀ, ਉਹ ਗੰਦ ਥੋੜਾ ਸਾ ਜੇ। ਔਰ ਉਹਨੂੰ ਜੇ ਵਾਕਈ ਮੇਰਾ ਮੌਲਵੀ ਸਾਹਿਬ ਨਾਲ ਉਹ ਰਿਸ਼ਤਾ ਹੈ ਜਿਹੜਾ ਬਿਆਨ ਕਰ ਰਹੇ ਨੇ, ਜਾਂ ਪੋਤਾ ਪੜਪੋਤਾ ਨਵਾਸਾ ਪੜਨਵਾਸਾ, ਅਲੀ ਅਕਬਰ ਨੂੰ ਖਾਏ ਕਸਮ ਆਪਣੀ ਮਾਂ ਦੀ, ਜਿਹੜੀ ਉੱਥੇ ਆਇਰਲੈਂਡ ਰਹਿੰਦੇ ਨੇ, ਜਿਹੜੇ ਜਿਨ੍ਹਾਂ ਨੂੰ ਕਹਿੰਦਾ ਕਿ ਮੈਂ ਮੇਰੇ ਅੱਲਾ ਤੋਂ ਵੀ ਜ਼ਿਆਦਾ ਮੇਰੇ ਪਿਆਰੇ ਨੇ, ਤੇ ਜੇ ਉਸ ਮਾਂ ਦੀ ਅਲੀ ਅਕਬਰ ਕਸਮ ਖਾ ਕੇ ਕਹਿ ਦੇ ਕਿ ਇਹ ਜਿਹੜੀ ਗੱਲ ਕਰ ਰਹੇ ਨੇ ਠੀਕ ਹੈ, ਤੇ ਜੋ ਮੈਂ ਗੱਲ ਕਰਾਂਗਾ ਮੈਂ ਇਹਨਾਂ ਦੀ ਗੱਲ ਮੰਨ ਲਾਂਗਾ। ਉਹਨੂੰ ਕਹਿੰਦਾ ਮੈਂ ਬਚਪਨ ਤੋਂ ਜਾਣਨਾ। ਅਲੀ ਅਕਬਰ ਦੀ ਵਾਲਦਾ ਜਿਹੜੇ ਰਹਿੰਦੇ ਨੇ ਆਇਰਲੈਂਡ 'ਚ, ਅਲੀ ਅਕਬਰ ਕਹਿੰਦਾ ਕਿ ਮੈਨੂੰ ਖੁਦਾ ਤੋਂ ਜ਼ਿਆਦਾ ਉਹ ਪਿਆਰੇ ਨੇ। ਉਹਨੂੰ ਕਹੋ ਕਿ ਉਸ ਮਾਂ ਦੀ ਕਸਮ ਖਾ ਕੇ ਕਹੇ ਕਿ ਇਹ ਜਿਹੜਾ ਮੁਹੰਮਦ ਅਹਿਮਦ ਮੌਲਵੀ ਗੁਲਾਮ ਸੁਲਤਾਨ ਜੀ ਸਾਹਿਬ ਨਾਲ ਮੈਨੂੰ ਜੋੜ ਰਿਹਾ, ਇਹ ਸੱਚ ਹੈ ਕਿ ਨਹੀਂ? ਮੁਬਸ਼ਰ ਸਾਹਿਬ ਤੁਹਾਡੀ ਸਮਝ ਨਹੀਂ ਆ ਰਹੀ, ਉਸ ਬੰਦੇ ਦੀ ਕਾਦੀ ਕਸਮ ਜਿਹੜਾ ਉਮੁਲ ਮੋਮਿਨੀਨ ਨੂੰ ਨੰਗੀਆਂ ਗਾਲਾਂ ਕੱਢਦਾ ਹੈ, ਨਬੀਆਂ ਦਾ ਗੁਸਤਾਖ ਹੈ, ਅੱਲਾਹ ਤਾਲਾ ਦੀ ਲਾਨਤ ਬਰਸੀ ਹੋਈ ਉਹਦੇ ਤੇ, ਦਿਨ ਰਾਤ ਬਰਸ ਰਹੀ ਹੈ, ਉਸ ਬੰਦੇ ਕੋ ਤੁਸੀਂ ਕਹਿ ਰਹੇ ਹੋ ਕਸਮ ਖਾ ਕੇ ਦੱਸੇਗਾ ਤੁਹਾਨੂੰ, ਉਹਦੀ ਤੁਸੀਂ ਕਸਮ ਤੇ ਯਕੀਨ ਵੀ ਕਰ ਲੋਗੇ। ਸਰ ਉਹ ਲਾਨਤੀ ਸ਼ਖਸ ਹੈ, ਉਹ ਲਾਨਤੀ ਇਸ ਤਰ੍ਹਾਂ ਹੋਇਆ, ਮੈਂ ਸਾਬਤ ਕਰਾਂਗਾ, ਜਿਹੜੇ ਅਲਫਾਜ਼ ਮੈਂ ਬੋਲਾਂਗਾ ਉਹ ਮੈਂ ਸਾਬਤ ਕਰਾਂਗਾ ਕਿ ਇਹਦੇ ਤੇ ਲਾਨਤ ਬਰਸੀ ਹੈ। ਅਗਰ ਅੱਲਾਹ ਤਾਲਾ ਦੀ ਲਾਨਤ ਮੈਂ ਇਹਦੇ ਤੇ ਨਾ ਸਾਬਤ ਕਰਾਂ, ਆ ਜੋ ਕੋਈ ਵੀ ਅਹਿਮਦੀ ਆ ਜੇ ਜਿਹੜਾ ਆਖੇ ਕਿ ਇਹਦੇ ਤੇ ਅੱਲਾਹ ਤਾਲਾ ਦੀ ਲਾਨਤ ਨਹੀਂ ਬਰਸੀ, ਮੈਂ ਉਹਨੂੰ ਸਾਬਤ ਕਰਾਂਗਾ ਕਿ ਇਹਦੇ ਤੇ ਅੱਲਾਹ ਤਾਲਾ ਦੀ ਲਾਨਤ ਬਰਸੀ ਹੋਈ ਹੈ। ਕਿਉਂ ਬਰਸੀ ਹੈ? ਇਹਨੇ ਸ਼ਾਤਮੀਅਤ ਕੀਤੀ ਹੈ, ਇਹਨੇ ਅੰਬੀਆ ਇਕਰਾਮ ਦੀ ਹੱਤਕ ਕੀਤੀ ਹੈ, ਇਹਨੇ ਅੰਬੀਆ ਇਕਰਾਮ ਦੀ ਬੀਵੀਆਂ ਨੂੰ ਨੰਗੀਆਂ ਗਾਲਾਂ ਦਿੱਤੀਆਂ ਨੇ। ਅੱਜ ਮੈਂ ਚਲਾਵਾਂਗਾ ਆਡੀਓ, ਜੋ ਮਰਜ਼ੀ ਹੋਏ, ਤੇ ਉਹਦੇ ਉੱਤੇ ਹੱਥ ਗਰਮ ਨਹੀਂ ਰਿਹਾ ਜਾਂਦਾ, ਮੈਂ ਮਾਜ਼ਰਤ ਵੀ ਨਹੀਂ ਕਰਨੀ। ਉਹ ਕਹਿੰਦਾ ਮੈਂ 5 ਵਾਰ ਦੱਸਿਆ ਗਿਆ ਨੂੰ ਗਲਤੀ ਹੋਈ ਹੈ। ਉਹ ਗੱਲ ਤੇ ਸੁਣ ਲੈ, ਉਹ ਕਹਿੰਦਾ ਹੈ ਕਿ ਮੈਂ ਹਜ਼ਰਤ ਮਾਰੀਆ ਕਿਬਤੀਆ ਰਜ਼ੀ ਅੱਲਾਹ ਤਾਲਾ ਅਨਹੁ ਨੂੰ, ਜਿਹੜੇ ਕਿ ਹਜ਼ਰਤ ਉਹਨਾਂ ਦੇ ਇਬਰਾਹੀਮ ਦੇ ਵਾਲਦਾ ਸਨ, ਉਹ ਹਜ਼ਰਤ ਇਬਰਾਹੀਮ ਜਿਨ੍ਹਾਂ ਦੇ ਬਾਰੇ ਚ रसूलुल्लाह सल्लल्लाहु अलैहि वसल्लम की हदीस है कि अगर ये जिंदा रहता तो जरूर बेजरूर सच्चा नबी होता।
ਉਸ ਔਰਤ ਨੂੰ ਇਹ ਕਹਿੰਦਾ ਮੈਂ ਉਮੁਲ ਮੋਮਿਨੀਨ ਨਹੀਂ ਮੰਨਦਾ, ਹਜ਼ਰਤ ਰਸੂਲ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਬੇਗਮ ਨਹੀਂ ਮੰਨਦਾ। ਲਾਨਤ ਹੈ ਇਸ ਬੰਦੇ ਤੇ ਯਾਰ, ਔਰ ਸਰ ਝੂਠ ਬੋਲ ਰਿਹਾ। ਇਹ ਔਰ ਦੇਖੋ ਅੱਜ ਕਿ ਦੀ ਇੱਕ ਅੰਬੀਆ ਦੀ ਇੱਕ ਨਬੀ ਨੂੰ ਉਹਨਾਂ ਨੇ ਜਨਮ ਦਿੱਤਾ ਨਾ, ਠੀਕ ਹੈ, ਉਹਨਾਂ ਦਾ ਰੁਤਬਾ ਤੁਸੀਂ ਵੇਖੋ, ਇੱਕ ਨਬੀ ਦੇ ਬੇਟੇ ਨੂੰ ਜਨਮ ਦਿੱਤਾ, ਇੱਕ ਨਬੀ ਨੂੰ ਜਨਮ ਦਿੱਤਾ। ਇੱਕ ਹਿਸਾਬ ਦਾ ਅਗਰ ਉਹ ਜ਼ਿੰਦਾ ਰਹਿੰਦੇ ਤਾਂ ਨਬੀ ਹੁੰਦੇ ਨਾ, ਠੀਕ ਹੈ। ਹੁਣ ਉਹਨਾਂ ਦਾ ਰੁਤਬਾ ਚੈੱਕ ਕਰੋ ਤੁਸੀਂ, ਰੁਤਬਾ ਚੈੱਕ ਕਰੋ, ਰੁਤਬਾ ਚੈੱਕ ਕਰੋ ਸਾਡੀ ਮਾਂ ਦਾ। ਇੱਕ ਕੋਈ ਬੰਦਾ ਅਗਰ ਪੋਸਟਰ ਬਣਾ ਕੇ ਗਰੁੱਪ 'ਚ ਸੈਂਡ ਕਰ ਸਕਦਾ ਨਾ ਕਿ ਹਮਾਰੀ ਜਾਨ ਕੁਰਬਾਨ ਉम्मुल मोमिनीन हजरत मारिया किबतिया पर, ठीक है, अगर कोई बंदा पोस्टर बना सकता कि बराए मेहरबानी वो पोस्टर बनाए हुणे पोस्टर लगना, ठीक है सर। ਉਹ ਸਾਡੀ ਮਾਂ, ਉਹਨਾਂ ਨੂੰ ਇਹ ਬੰਦਾ ਨੰਗੀਆਂ ਗਾਲਾਂ ਕੱਢ ਰਿਹਾ ਤੇ ਉੱਤੋਂ ਵੇਖੋ ਮੁਹੰਮਦ ਅਹਿਮਦ ਸਾਹਿਬ ਕੀ ਫਰਮਾ ਰਹੇ ਨੇ। ਸਰ ਤੁਸੀਂ ਇਹ ਚੈੱਕ ਕਰੋ, ਮੁਹੰਮਦ ਅਹਿਮਦ ਸਾਹਿਬ ਦੀ ਗੈਰਤ ਵੇਖੋ, ਗੈਰਤ ਵੇਖੋ। ਅੱਜ ਕਿਸੇ ਬੰਦੇ ਨੇ ਉਹਨਾਂ ਦੀ ਬੇਟੀ ਨੂੰ ਗਾਲ ਕੱਢ ਰਹੀ ਤੇ ਰੋ ਰਹੇ ਸਨ, ਬਕਾਇਦਾ ਤੌਰ ਤੇ ਮਾਤਮ ਕਰ ਰਹੇ ਸਨ, ਝੂਠਾ ਪ੍ਰੋਪਗੈਂਡਾ ਕਰ ਰਹੇ ਸਨ, ਗਲਤ ਗੱਲ ਬਣਾ ਕੇ ਪੇਸ਼ ਕਰ ਰਹੇ ਸਨ। ਮੈਂ ਪੁਆਇੰਟ ਪਹਿਲੇ ਦੱਸਿਆ, ਇੱਕ ਮਿੰਟ ਸਰ ਮੈਂ ਪੁਆਇੰਟ ਦੱਸ ਲਾਂ। ਲੇਕਿਨ ਜਿਹੜਾ ਬੰਦਾ ਉम्मुल मोमिनीन ਨੂੰ ਗਾਲਾਂ ਕੱਢਦਾ ਤੇ ਉਹਨਾਂ ਦੇ ਮੂੰਹ ਤੇ ਬਹਿ ਕੇ ਕਰਦਾ, ਠੀਕ ਹੈ, ਉਹਨੂੰ ਕਹਿ ਰਹੇ ਨੇ ਇਸ ਗੰਦ ਨੂੰ ਮੈਂ ਆਪਣੇ ਨਾਲ ਲੈ ਕੇ ਚੱਲਣਾ। ਮੇਰੇ ਕੋਲ ਰਿਕਾਰਡਿੰਗ ਪਈ, ਮੈਂ ਰਿਕਾਰਡਿੰਗ ਹੁਣੇ ਸੈਂਡ ਕਰਾਂਗਾ, ਨਾਲ ਮੈਂ ਰਿਕਾਰਡਿੰਗ ਚਲਾਵਾਂਗਾ ਵੀ ਨਾ, ਕਿ ਜਿਹੜੇ ਬਿਆਨ ਮੁਹੰਮਦ ਅਹਿਮਦ ਦੇ ਅਲੀ ਅਕਬਰ ਵਾਸਤੇ, ਮਲਕ ਤਲਤ ਵਾਸਤੇ ਤੇ ਨਸਰੁੱਲਾ ਜਿਹੜਾ ਕਿ ਝੂਠਾ ਚੌਧਰੀ, 2 ਮਰਲ ਦਾ ਚੌਧਰੀ, ਠੀਕ ਹੈ, ਉਹਦੇ ਵਾਸਤੇ, ਤਿੰਨਾਂ ਬੰਦਿਆਂ ਵਾਸਤੇ ਅੱਜ ਬਿਆਨ ਜਾਰੀ ਕੀਤਾ ਮੁਹੰਮਦ ਅਹਿਮਦ ਸਾਹਿਬ ਨੇ। ਮੈਂ ਹੁਣੇ ਉਹ ਫਾਰਵਰਡ ਕਰਨ ਲੱਗਾ ਦੂਜੇ ਫੋਨ ਤੇ, ਫਿਰ ਮੈਂ ਤੁਹਾਨੂੰ ਸੁਣਾਉਣਾ ਸਾਰਿਆਂ ਨੂੰ। ਸੁਣਾਓ, ਬਿਲਕੁਲ ਉਹ ਸੁਣਾਓ, ਉਹ ਜ਼ਰੂਰੀ ਹੈ। ਤੇ ਦੂਜੀ ਗੱਲ ਇਹ ਵੇ ਕਿ ਇੱਕ ਇਹ ਵੀ ਯਾਰ ਹੁਣ ਮੇਰਾ ਤੇ ਜ਼ਿਹਨ 'ਚ ਗੱਲ ਕਢਾਤੀ ਹੈ। ਹਲੋ ਥੱਲੇ ਗਾਲਾਂ ਕੱਢਣ ਯਾਰ, ਕਿਸੇ ਦੀ ਗਾਲਾਂ ਕਿਹਨੇ ਡਿਲੀਟ ਕੀਤੀਆਂ ਨੇ? ਨਹੀਂ ਮਿਊਟ ਕਰਨੀ ਇਹੋ ਜੀ ਆਈਡੀ ਯਾਰ, ਉਹਨਾਂ ਨੂੰ ਇਹ ਸਾਰੇ ਇਹ ਮੁਹੰਮਦ ਅਹਿਮਦ ਦਾ, ਮੁਹੰਮਦ ਅਹਿਮਦ ਦੇ ਬਕੋਲ ਇਹ ਗੰਦ ਹੈ ਤੇ ਇਹਨੂੰ ਨਾਲ ਲੈ ਕੇ ਚੱਲਣਾ ਹੈ। ਔਰ ਦੂਜਾ ਇਹ ਜਵਾਦ ਸਾਹਿਬ ਨੂੰ ਵੀ ਇਹ ਨਜ਼ਰ ਆਣਾ ਚਾਹੀਦਾ ਹੈ, ਜਵਾਦ ਸਾਹਿਬ ਵੀ ਜੋ ਉਹਨਾਂ ਕੋਲ ਜਾ ਕੇ ਬਹਿੰਦੇ ਨੇ, ਜਵਾਦ ਸਾਹਿਬ ਨੂੰ ਵੀ ਨਜ਼ਰ ਆਣਾ ਚਾਹੀਦਾ ਹੈ ਕਿ ਬੰਦੇ ਕੀ ਕਰ ਰਹੇ ਨੇ, ਇਹ ਬੰਦੇ ਕੀ ਕਰ ਰਹੇ ਨੇ। ਜਵਾਦ ਸਾਹਿਬ ਨੂੰ ਵੀ ਨਜ਼ਰ ਆਣਾ ਚਾਹੀਦਾ। ਜਵਾਦ ਸਾਹਿਬ ਜਿਹੜੇ ਨੇ ਭੱਜ ਕੇ ਜਾਂਦੇ ਨੇ, ਉਹਨਾਂ ਕੋਲ ਬਹਿੰਦੇ ਨੇ ਤੇ ਉਹ ਬੰਦੇ ਦੇਖੋ, ਮੈਂ ਉਸ ਦਿਨ ਵੀ ਇਹ ਇਤਜਾਜ ਕੀਤਾ ਸੀ ਕਿ ਯਾਰ ਉਹ ਸਾਨੂੰ ਬੰਦਾ ਗਾਲਾਂ ਕੱਢ ਰਿਹਾ, ਉਹਨੂੰ ਨਾ ਤੁਸੀਂ ਉਹਨੂੰ ਬਾਓ, ਤੁਹਾਡੀ ਮਿਹਰਬਾਨੀ ਨਾ ਉਹਦੇ ਕੋਲ ਜਾਓ। ਤੁਸੀਂ ਕਹਿੰਦੇ ਹੋ ਨਹੀਂ ਮੈਂ ਜਾਣਾ ਵੀ ਹੈ ਤੇ ਮੈਂ ਉਹਨਾਂ ਨੂੰ ਸਮਝਾਉਣਾ ਵੀ ਹੈ ਤੇ ਜੇ ਉਹਦਾ ਇਖਰਾਜ ਹੋ ਗਿਆ ਤੇ ਮੈਂ ਉਹਨੂੰ ਵਾਪਸ ਲਿਆਣਾ, ਉਹ ਵਾਪਸ ਆਉਣ ਵਾਲੀਆਂ ਗੱਲਾਂ ਹੈ ਨੇ ਉਹਦੀਆਂ। ਉਹ ਯਾਰ ਉਹ ਸਾਨੂੰ ਗੰਦੀਆਂ ਗਾਲਾਂ ਕੱਢ ਰਿਹਾ ਹੈ, ਉਹ ਕੰਟੀਨਿਊਅਸਲੀ ਗੁਸਤਾਖੀਆਂ ਕਰ ਰਿਹਾ ਹੈ। ਮੇਰੀ ਵੀ ਕਿਸੇ ਗੱਲ ਨੂੰ ਜੇ ਤੁਹਾਨੂੰ ਗੁਸਤਾਖੀ ਲੱਗੀ ਸੀ, ਮੈਂ ਉਹਦੇ ਤੋਂ ਮਾਫੀ ਮੰਗੀ ਹੈ, ਉਹਦੇ ਤੋਂ ਰਜੂ ਕੀਤਾ ਹੈ ਤੇ ਹੁਣ ਵੀ ਉਹਨੂੰ ਮਾਫੀ ਮੈਂ ਮੰਗਣਾ। ਹਾਲਾਂਕਿ ਮੈਂ ਆਪ ਗੱਲ ਕੋਈ ਨਹੀਂ ਸੀ ਕੱਢੀ, ਸ਼ਹਿਨਸ਼ਾਹਵਾਨ ਥੱਲੇ ਬੈਠਾ ਉਹਨੇ ਗਾਲਾਂ ਕੱਢੀਆਂ ਸਨ, ਮੈਂ ਨਹੀਂ ਸਨ ਕੱਢੀਆਂ, ਲੇਕਿਨ ਮੈਂ ਫਿਰ ਵੀ ਉਹਦੇ ਤੋਂ ਮਾਫੀ ਮੰਗਣਾ ਜਿਹਦੀ ਦਿਲ ਆਜ਼ਾਰੀ ਹੋਈ। ਇਹਦੇ ਕੋਲ ਮਾਫੀ ਮੰਗਵਾ ਕੇ ਵਿਖਾਓ ਕਿ ਹਜ਼ਰਤ ਮਾਰੀਆ ਕਿਬਤੀਆ ਰਜ਼ੀ ਅੱਲਾਹ ਤਾਲਾ ਅਨਹੂ ਦੇ ਬਾਰੇ 'ਚ, ਰਸੂਲੁल्लाह सल्लल्लाहु अलैहि वसल्लम ਦੇ ਬਾਰੇ 'ਚ ਨੇ ਜਿਹੜੀ ਬਕਵਾਸ ਕੀਤੀ ਹੈ, ਇਹਦੇ ਕੋਲ ਮੰਗਵਾ ਕੇ ਵਿਖਾਓ ਮਾਫੀ। ਨਹੀਂ ਮੰਗੇਗਾ ਕਿਉਂ? ਮੈਂ ਤਾਰੀਫ ਕਰੀ ਜਾਵਾਂ, ਆਮਰ ਨਜ਼ੀਰ ਸਾਹਿਬ ਦੀ ਤਾਰੀਫ ਕਰੀ ਜਾਵਾਂ, ਉਹ ਜਿਹੜੇ 70-80 ਬੰਦੇ ਨੇ ਉਹਨਾਂ ਦੇ ਨਾਲ ਹੁੰਦੇ ਨੇ, ਉਹਨਾਂ ਦੇ ਅੰਨੇ ਮੁਕੱਲਦ, ਉਹ ਮੈਨੂੰ ਉਹ ਲੈ ਕੇ ਫਿਰੀ ਰੱਖਣ, ਉਹ ਮੈਨੂੰ ਸ਼ਾਤਮ ਨਾ ਕਹਿਣਗੇ ਤੇ ਮੈਂ ਪਾਸ। ਇਹ ਇੱਕ ਵਾਰੀ ਕਵੇ ਕਿ ਨੇ ਰਸੂਲੁल्लाह सल्लल्लाहु अलैहि वसल्लम ਤੇ ਮਾਰੀਆ ਕਿਬਤੀਆ ਦੀ ਸ਼ਾਨ 'ਚ ਜਿਹੜੀ ਗੁਸਤਾਖੀ ਕੀਤੀ ਹੈ, ਇਹ ਤੋਂ ਮਾਫੀ ਮੰਗਦਾ, ਰਜੂ ਕਰਦਾ, ਗੱਲ ਮੁੱਕ ਜਾਂਦੀ ਹੈ। ਮੈਂ ਛੋਟਾ ਜਿਹਾ ਪੁਆਇੰਟ ਦੇ ਦੇ, ਉਹ ਇਹ ਥੱਲੇ ਬੈਠੇ ਨੇ, ਥੱਲੇ ਆਏ ਨੇ ਦੂਜੇ ਵੀ ਯਾਰ। ਦੇਖੋ ਅਸੀਂ ਆਪ ਸੱਲੱਲਾਹੁ ਅਲੈਹਿ ਵਸੱਲਮ, ਸਾਡੀ ਜਾਨ ਦਿਲ ਹਰ ਚੀਜ਼ ਕੁਰਬਾਨ, ਸਾਡੀ ਜ਼ਬਾਨ ਸੜ ਜੇ, ਸਾਡਾ ਥੇ ਹੋ ਜੇ, ਅਸੀਂ ਇੱਕ ਲਫ਼ਜ਼ ਵੀ, ਅਸੀਂ ਤੇ ਕਹਿੰਦੇ ਆ ਕਿ ਜਿਹੜਾ ਉਹਨਾਂ ਦੇ ਖਿਲਾਫ ਇੱਕ ਲਫ਼ਜ਼ ਵੀ ਬੋਲੇ, ਜਿਸ ਤਰ੍ਹਾਂ ਅਲੀ ਅਕਬਰ ਬੋਲਦਾ ਹੈ, ਤੁਹਾਡੀ ਗੈਰਤ ਜ਼ਿੰਦਾ ਹੈ ਯਾਰ। ਜੇ ਤੁਹਾਡੇ ਯਾਰ ਕਿਸੇ ਨੂੰ ਮੁਖਾਤਬ ਨਾ ਕਰੋ, ਕੋਈ ਫਾਇਦਾ ਨਹੀਂ ਕਿਸੇ ਨੂੰ। ਮਸਲਨ ਕਿ ਤੁਹਾਨੂੰ ਥੋੜੀ ਬਹੁਤੀ ਸ਼ਰਮ ਹੈ ਯਾਰ। ਇਹ ਬੰਦੇ ਨੇ ਖਾਨ ਸਾਹਿਬ ਇੱਕ ਹੋਰ ਵੀ ਇਲਜ਼ਾਮ ਅੱਜ ਲੱਗਦਾ ਰਿਹਾ ਹੈ। ਦੇਖੋ ਮੁਹੰਮਦ ਖਾਨ ਸਾਹਿਬ ਨੇ ਕੱਲ ਗਾਲ ਕੱਢੀ, ਗਲਤ ਕੀਤੀ, ਅਸੀਂ ਇਹਨਾਂ ਨੂੰ ਕਿਹਾ, ਪ੍ਰਾਈਵੇਟ ਵੀ ਫੋਨ ਕੀਤਾ, ਇਹਨਾਂ ਨੂੰ ਪ੍ਰਾਈਵੇਟਲੀ ਵੀ ਕਿਹਾ ਕਿ ਨਹੀਂ ਯਾਰ ਇਹ ਕੰਮ ਗਲਤ ਸੀ, ਨਹੀਂ ਹੋਣਾ ਚਾਹੀਦਾ। ਅੱਜ ਮੁਹੰਮਦ ਅਹਿਮਦ ਦੀ ਬਰੋਡ ਇਸ ਮੌਜੂ ਤੇ ਸੀ ਕਿ ਬਈ ਜਿਹੜੇ ਨਾਲ ਬੈਠੇ ਨੇ ਉਹਦੇ 'ਚ ਸ਼ਾਮਲ ਸਨ, ਜਿਹਦੀ ਬਰੋਡ ਸੀ ਉਹਦੇ 'ਚ ਸ਼ਾਮਲ ਸੀ, ਜਿਹੜੇ ਨਾਲ ਬੈਠੇ। ਇਹਦਾ ਮਤਲਬ ਹੈ ਜੋ ਹੁਸੈਨੀ, ਇਹ ਕਹਿ ਨਾ ਫਿਰ, ਜੇ ਨਾਲ ਸ਼ਾਮਲ ਵਾਲਾ ਹੁੰਦਾ ਹੈ ਤੇ ਜੇ ਹੁਸੈਨੀ ਸਾਹਿਬ ਦੀ ਬਰੋਡ ਤੇ ਸ਼ਾਤਮੀਅਤ ਹੁੰਦੀ ਹੈ ਰਸੂਲੁल्लाह सल्लल्लाहु अलैहि वसल्लम ਦੀ, ਤੇ ਇਹਦਾ ਮਤਲਬ ਹੈ ਹੁਸੈਨੀ ਸਾਹਿਬ ਉਹਦੇ 'ਚ ਸ਼ਾਮਲ ਨੇ। ਅੰਕਲ ਹੁਸੈਨੀ ਉਹਦੇ 'ਚ ਸ਼ਾਮਿਲ ਨੇ। फिर कहो ये गल कि अंकल हुसैनी आप भी बीच में शामिल है, क्योंकि मेरी बेटी को जो गाली पड़ी है उसमें वो बैठे हुए साथ शामिल है, तो फिर अंकल हुसैनी आप भी शामिल है। ਮੁਨਾਫਕਤ। ਔਰ ਜਿਹੜਾ ਰਿਸ਼ਤਾ ਇਹ ਮੈਨੂੰ ਮੇਰੀ ਗੱਲਾਂ ਦੀ ਵਜ੍ਹਾ ਤੋਂ ਜਿਹੜਾ ਰਿਸ਼ਤਾ ਇਹ ਜੋੜ ਰਹੇ ਨੇ ਮੇਰਾ ਮੌਲਾਨਾ ਗੁਲਾਮ ਸੁਲ ਰਾਜਕੀ ਸਾਹਿਬ ਨਾਲ, ਲਾਨਤ ਅੱਲਾਹ ਅਲਲ ਕਾਜ਼ਿਬੀਨ, ਲਾਨਤ ਅੱਲਾਹ ਅਲਲ ਕਾਜ਼ਿਬੀਨ, ਲਾਨਤ ਅੱਲਾਹ ਅਲਲ ਕਾਜ਼ਿਬੀਨ।
ਇਹ ਝੂਠ ਬੋਲ ਰਹੇ ਨੇ ਔਰ ਇਹ ਸਿਰਫ ਇੱਕ ਹਜ਼ਰਤ ਮਸੀਹ ਮੌਦ ਇਸਲਾਮ ਦੇ ਸਾਹਬੀ ਦੀ ਤੇ ਸਭੋ ਸ਼ਤਮ ਕਰਨ ਵਾਸਤੇ ਇਹ ਮੇਰਾ ਨਾਮ ਵਿੱਚ ਨਾਲ ਜੋੜ ਰਹੇ ਨੇ। ਔਰ ਇਹੀ ਕੰਮ ਇਹਨੇ ਅਲੀ ਅਕਬਰ ਨੇ ਪਹਿਲੇ ਕੀਤਾ ਸੀ। ਇਮਾਮ ਸਾਹਿਬ ਦਾ ਨਾਮ ਸਾਡੇ ਨਾਲ ਜੋੜ ਕੇ ਉਹਨਾਂ ਦੇ ਬਾਰੇ ਬਕਵਾਸ ਕੀਤੀ ਸੀ। ਇਹੀ ਕੰਮ ਹੋਣੇ ਹਜ਼ਰਤ ਮੌਲਾਨਾ ਗੁਲਾਮ ਸੁਲ੍ਹਾ ਜੀ ਨਹੀਂ, ਉਹ ਅੱਜ ਨਾ ਅੱਜ ਮੈਂ ਵੀ ਸੁਣ ਰਿਹਾ ਸੀ। ਪਹਿਲੀ ਗੱਲ ਤੇ ਇਹ ਹੈ ਕਿ ਉਹਨੇ ਜਿਹੜਾ ਇਸਲਾਮ ਦੇ ਬਾਰੇ ਵਿੱਚ ਵੀ ਗੱਲ ਕੀਤੀ ਹੈ ਨਾ ਕਿ ਮੈਂ ਇਸਲਾਮ ਕੋ ਐਲ ਦੂੰਗਾ, ਇਹ ਵੀ ਬਹੁਤ ਵੱਡੀ ਗੱਲ ਹੈ। ਸਰ ਉਹ ਅੱਜ ਦੀ ਜਿਹੜੀ ਨਾ ਕੱਲ ਵਾਸਤੇ ਰੱਖੋ, ਠੀਕ ਹੈ। ਕੱਲ ਇਹਦੇ ਉੱਤੇ ਪ੍ਰੋਗਰਾਮ ਕਰਾਂਗੇ ਪੂਰਾ। ਜਿਹੜੀ ਅੱਜ ਇਹਨੇ ਬਕਵਾਸ ਕੀਤੀ ਹੈ ਇਸਲਾਮ ਦੇ ਉੱਤੇ, ਸ਼ਾਤਮੀਅਤ ਕੀਤੀ ਹੈ, ਉਹਦੇ ਤੇ ਕੱਲ ਇਨਸ਼ਾਅੱਲਾ ਤਾਲਾ ਗੱਲ ਕਰਾਂਗੇ। ਅੱਜ ਦਾ ਜਿਹੜਾ ਟਾਪਿਕ ਹੈ ਨਾ, ਮੈਂ ਸਭ ਤੋਂ ਪਹਿਲਾਂ ਸਾਨੂੰ ਸਾਰੇ ਜਿੰਨੇ ਵੀ ਅਹਿਮਦੀ, ਇਮਰਾਨ ਅਹਿਮਦ ਸਾਹਿਬ ਆਏ ਨੇ, ਕੀ ਨਾਮ ਇਹਨਾਂ ਦਾ, ਇਮਰਾਨ ਅਵਾਨ ਸਾਹਿਬ, ਸਲਾਮ ਅਲੈਕੁਮ ਰਹਿਮਤੁਲਾਹ। ਆਪਣੇ ਭਾਈ ਨੇ ਅਲੀ ਅਹਿਮਦ ਸਾਹਿਬ ਆਏ ਨੇ, ਅਲੀ ਅਹਿਮਦ ਸਾਹਿਬ ਉੱਤੇ ਆ ਗਏ, ਰਾਜਪੂਤ ਸਾਹਿਬ ਸਲਾਮ ਅਲੈਕੁਮ ਰਹਿਮਤੁਲਾਹ, ਤੇ ਨਵੀਦ ਅਹਿਮਦ ਸਾਹਿਬ, ਇਹ ਥੋੜੇ ਦੋਸਤ ਆਏ ਨੇ ਨਵੇਂ, ਤੇ ਇਹਨਾਂ ਨੂੰ ਮੇਰੇ ਵੱਲੋਂ ਸਲਾਮ ਅਲੈਕੁਮ ਰਹਿਮਤੁਲਾਹ ਜੀ। ਤੇ ਸਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਆਡੀਓ ਸੁਣਾਉਣਾ ਚਾਹੁੰਦਾ, ਠੀਕ ਹੈ। ਉਸ ਤੋਂ ਬਾਅਦ ਉਹਦੇ ਉੱਤੇ ਰਿਮਾਰਕਸ ਸੁਣਾਉਣਾ ਚਾਹੁੰਦਾ ਜਿਹੜੇ ਕਿ ਸਾਡੇ ਪਿਆਰੇ ਮੁਹੰਮਦ ਅਹਿਮਦ ਸਾਹਿਬ ਤੇ ਮਲਕ ਅਵਾਨ ਸਾਹਿਬ ਦੇ ਨੇ, ठीक है। पहलो ऐ सुनो, बिस्मिल्लाह जी करो। अभी नहीं करते ना, नहीं हमने दी नहीं है गाली, नाउजुबिल्लाह महादल मोमिनीन। मैं तो सरेआम ऐलान करता हूँ कि भाई मैं देता हूँ गालियां। हम नहीं देते तो हम कैसे ऐलान करें? नहीं मैं देता हूँ, अभी भी देता हूँ, मैंने कल भी दी ब्रॉड पे जा करके। तो फिर आप दूसरों पे ये उम्महातुल मोमिनीन के बारे में बात हो रही है कि वो कह रहे हैं कि ये मैं उम्महातुल मोमिनीन को गालियां देता हूँ, आज भी दी है और पहले भी दी थी और देता रहूंगा। यानी उनका कहने का मतलब ये है। कैसे उठा सकते हैं कि गालियां पढ़वाते हैं, आप तो देते हैं। हाँ मैं देता हूँ ना, लेकिन आप लोग जिसको मानते हैं उसको गालियां पढ़वाते हैं साहब, ये बात हो रही है। तो आप, वो कह रहा है कि आप जिसको मानते हैं उसको गालियां पढ़वाते हैं और मैं जिनको मानता हूं उनको गालियां निकालता हूं। लॉजिक चेक करें, लॉजिक चेक करें इसकी। और इसको मोहम्मद अहमद साहब कह रहे हैं कि इस गंदगी को हमने साथ लेके चलना है। हाँ, और जवाद साहब भी कह रहे हैं इनको मैं समझा के वापस लेके आऊंगा अहमद। हाँ, जवाद साहब का तो कोई मेरे सामने हो ना, तो जवाद साहब आपसे तो मैं बड़ी अच्छी तरह, बहुत मैंने सवाल, जैसे होते हैं ना वो गुल्ली को कड़ा होता है ना, गुल्ली को, ठीक है, कितना कड़ के वो मिस्त्री से कड़वा के रखा होता है, इस तरह मैंने सवाल कड़ के रखे हुए हैं आपके लिए। कहीं सामना कीजिएगा, फिर आपको पता चलेगा कि किस तरह इस तरह के शातमों के साथ बैठ के उनकी सपोर्ट में, उनके हक में बयान दिए जाते हैं जिनके ऊपर अल्लाह ताला की लानत बरसी हो। और ये मैं अल्फाज बार बार रिपीट कर रहा हूं कि इस बंदे पर अल्लाह ताला की लानत बरसी है। अगर ये मैं साबित ना कर सकूं तो मैं आपका देनदार हूं, ठीक है। ये अल्फाज मैं अपने जो बोल रहा हूं कि इस बंदे पर अल्लाह ताला की लानत बरस रही है, ठीक है। और मैं ये साबित भी करूंगा, ये नहीं कि साबित नहीं करूंगा। जिस बंदे ने नबी करीम सल्लल्लाहु अलैहि वसल्लम के खानदान की हद तक की है, उनकी उम्महातुल मोमिनीन को गाली दी है, उनके बेटों की तौहीन की है, ठीक है, उनकी बीवियों की तौहीन की है और गंदी और नंगी गालियां दी हैं, और उस पर आज तक डटा हुआ है और कह रहा है हाँ मैं देता हूं और देता रहूंगा। और इस गंद को मोहम्मद अहमद साहब और जवाद अहमद साहब जैसे लोग कह रहे हैं हमने साथ लेके चलना है, इनको अपना भाई बनाकर चलना है। अल्ताफ भाई भी, वो भी अल्ताफ भाई तो खुद ही उसी कैटेगरी के लोग हैं। अल्ताफ भाई भी कहते हैं हमने भी उनको, वो हम तो आपसे सीखते हैं। वो अल्ताफ भाई जो है वो मेरे सामने कह रहे हैं फिर क्या हो गया, उसने गाली दे दी, कोई गाली नहीं है, ये व्हाट्सएप की बात है, इन्होंने मुझे मेरे सामने बोली। उसके बाद में फिर मैं इनसे कतकलमी कर ली, मैंने कहा जाओ भाई तेरा रस्सा ही लग गया। तू उसकी गाली को डिफेंड करने की बजाय तू ये कह रहा है उसने जो किया है वो ठीक की है। तू कम से कम ये कह कि भाई मैं उसके डिफेंड कर लेता हूं उसकी गाली को, जो उसने उम्मुल मोमिनीन को गाली दी थी, ठीक है, मैं उसको डिफेंड कर, कह रहा नहीं उसने जो किया ठीक किया। कैसे कैसे जाहल लोग हमारे अंदर आ गए हैं। और मोहम्मद अहमद साहब कह रहे हैं नहीं जाहलों को साथ लेके चलना है, इनकी इस गंद को हमने साथ लेके चलना है, हमको ये मानना चाहिए कि ये हमारे अंदर गंद है। और भाई ये गंद हमारे अंदर नहीं है, इसकी जीती जागती मिसाल आपको उस लेटर में मिल गई थी जिसके अंदर अल्लाह ताला की तरफ से लानत बरसी हुई है इस बंदे पे, अली अकबर पे, इस बंदे पे अल्लाह ताला की उस लेटर पे लानत बरसी हुई है। और वो लानत इसके मुंह पे मारी है जमात ने, और जमात ने कहा है हम इस गंद को नहीं लेके जाएंगे साथ। मोहम्मद अहमद साहब आपकी क्या अथॉरिटी है, आप इसको जमात के साथ जोड़ रहे हैं, आपकी क्या अथॉरिटी है?
इस गंद को आप साथ लेके और चल फिर रहे हैं। एक आप कह रहे हैं हमने गंद को साथ लेके जाना। देखें ये बात अल्फाज है सुनिए, भाई, ये एक अगर मिनट, एक अल्फाज मिनट। ना हो मोहम्मद अहमद साहब के तो फिर बोलिएगा, उनसे पूछिएगा 1122 कि क्या उन्होंने साहब। नहीं कहा कि हम गंद को साथ लेके चलेंगे। मैं रूहानी साहब 1 मिनट, मैं अब मुझे पता है नहीं आपको आपकी छोटी होती है बात हाँ करने मेरी का। छोटी सी बात है, मैं 2 मिनट सेकंड में बात खत्म कर रहा हूँ कि ये मोहम्मद अहमद साहब ने आज ताजा बयान दिया है कि हमने मलक तलस जैसा गंद जो खलीफा वक्त की औरतों की फोटोएं लगाकर उस पर लान तान उनको गालियां निकलवाता है, वो गंद नसरुल्लाह जो कि सब अहमदियों की माओ बहनों को गालियां दे रहा है, और ये अली अकबर हमारी माओ बहनों को गालियां दे रहा है, सारे अहमदियों को दे रहा है, कोई बात नहीं, लेकिन उम्मुल मोमिनीन को दे रहा है, नबी करीम सल्लल्लाहु अलैहि वसल्लम के खानदान को गालियां दे रहा है, उनकी औलाद की तौहीन कर रहा है, उनकी बीवियों की तौहीन कर रहा है। उस गंद को कह रहे हैं मोहम्मद अहमद साहब कि हमें साथ लेकर चलना चाहिए और हमें मानना चाहिए कि हमारी जो जमात है उसमें गंद ये मौजूद है। ओ भाई आप में मौजूद है, हमारी जमात ने इसको ठुड्डा मार के बाहर फेंका हुआ है, ठुड्डा मार के इस लानती को, इस गंद को। और दूसरा वो तलत मलक है, उसको निकालने की जरूरत नहीं पड़ी, वो अपने आप को खुद ही अलहदा कर चुका है, वो उस गंद ने अपने आप को अलहदा कर चुका है। और बाकी भी जितना गंद है ना वो अपना मुहासबा करके रखें, अल्लाह ताला की लानत उन पे बरसेगी। जो गंद है उसको अल्लाह ताला हमसे और हमारी जमात से अलग करेगा, हमारी जमात उसको ऑन नहीं करेगी। वो गंद जहां भी होगा, बेशक वो हमारे साथ बैठा होगा या आपके साथ बैठा होगा, गंद जो होगा वो बाहर जाएगा, हम साथ लेके नहीं चलेंगे। ये आप चलेंगे मोहम्मद अहमद साहब, आप चलेंगे जो आज बड़े बड़े दावे कर रहे थे, मैं साथ लेके चलना चाहता हूं इस गंद को। भाई लेके चलो, फिर चल रहे हो ना, आज भी उसने गाली निकाली है, तुम्हारी वजह से निकाली है, इसके जिम्मेदार तुम और जवाद अहमद साहब जैसे लोग हैं, और वो लोग हैं जो ये कहते हैं कि अली अकबर को भाई मानो, अली अकबर को अपने गले से लगा लो, अली अकबर से गलती हो गई है कोई बात नहीं। ओ भाई वो माने तो सही गलती, वो माने तो सही कि मैंने उम्मुल मोमिनीन को गालियां दी थी, मेरे से गलती हुई है, फिर आप लगा लेना, आपको कहने के गले लगा लेना। लेकिन वो कह रहा है कि मैंने अगली ऑडियो सुनाओ ना, अभी उसने कहा मैं अभी देख रहा हूं। नहीं अगली ऑडियो सुना ना, अगली ऑडियो ਜਿਹਦੇ ਚ ਉਹਨਾਂ ਕਿਹਾ ਜਦੋਂ ਬੰਬਾਸਟਿਕ ਸਾਹਿਬ ਨੇ ਕਿ ਫਿਰ ਨਾਂ ਲੈ ਤੇ ਹੁਣ ਇੰਨੀ ਕੁ ਸ਼ਰਮ ਆ ਗਈ ਹੈ कि ਹੁਣ ਨਾਂ नहीं लेंदा, इन्ना को डर गया। हाँ, नाम ना लेने से कोई तुम्हारी अंदर का गंद जो है वो तुम्हारे अल्फाज बता रहे हैं कि तुम कितने गंदे शख्स हो, और तुम्हें साथ लेकर चलने वाले कितने और भी कितने गंदे हैं। उनकी सोच क्या है, इतनी गंदी सोच और घटिया सोच के मालिक को आप लोग कि एक बंदा जो उम्मुल मोमिनीन को गालियां दे रहा है और उम्मुल मोमिनीन की तौहीन कर रहा है, नबी करीम सल्लल्लाहु अलैहि वसल्लम की गुरानी की तौहीन कर रहा है, उनके बेटों की तौहीन कर रहा है, आप लोग उस गंद को साथ लेकर चलना चाहते हैं। भाई हम नहीं लेकर चलना चाहते, हम आपके सामने हाथ जोड़कर माफी मांगते हैं, हम आपसे हाथ जोड़कर मोहम्मद अहमद साहब माफी मांगते हैं, और हम इस गंद को साथ लेकर नहीं चलना चाहते। और इसकी जिंदी जागती मिसाल जो है वो उस लेटर में मौजूद है, ठीक है। और उस लेटर में ये अल्लाह ताला की तरफ से लानत बरसी है इस पे, क्यों कि इसने जमात को नहीं बुरा भला कहा, किसी को नहीं बुरा, इसने डायरेक्ट अल्लाह ताला से पंगा लिया है। अल्लाह ताला के महबूब की औरत को इसने गालियां दी हैं, अल्लाह ताला की महबूब की वाइफ को इसने गालियां दी हैं, अल्लाह ताला के महबूब के बेटे की तौहीन की है, ठीक है। और वो दुनिया से सबसे ज्यादा अजीज थे नबी करीम सल्लल्लाहु अलैहि वसल्लम अल्लाह ताला को। तो फिर इससे अल्लाह ताला से दुश्मनी, अल्लाह ताला और जो अल्लाह ताला से दुश्मनी लेकर अल्लाह ताला से लानत हासिल कर चुका है। और गल सुन ले, अल्लाह ताला रसूल करीम सल्लल्लाहु अलैहि वसल्लम ਨੂੰ ਬਿਸ਼ਾਰਤ ਦੇ ਰਿਹਾ ਹੈ ਕਿ ਜੇ ਇਹ ਜ਼ਿੰਦਾ ਰਹਿੰਦਾ ਬੱਚਾ ਤੇ ਨਬੀ ਹੁੰਦਾ ਤੇ ਇਹ ਉਸ ਨਬੀ ਦੇ ਉਸ ਬੱਚੇ ਦੀ ਔਰਤ ਨੂੰ ਕਹਿੰਦਾ ਮੈਂ ਉਹਨੂੰ ਉਮੁਲ ਮੋਮਿਨੀਨ ਹੀ ਨਹੀਂ ਮੰਨਦਾ। ਲੱਖ ਦੀ ਲਾਨਤ ਯਾਰ ਇਸ ਬੰਦੇ ਤੇ, ਲੱਖ ਦੀ ਲਾਨਤ। ਔਰ ਇੰਜ ਬੋਲਦਾ ਔਰ ਕਰ ਇੰਜ ਰਿਹਾ ਕਿ ਬੜਾ ਵੱਡਾ ਬਦਮਾਸ਼ ਹੈ। ਉਤੋਂ ਜਨਾਬ ਇਹਨਾਂ ਨੂੰ ਛਾਪਰਾਂ ਦੀ ਤੇ ਬੜੀ ਤਕਲੀਫ ਹੋਈ ਸੀ ਕਿ ਛਾਪਰ ਮੂੰਹ ਤੇ ਮਾਰੇ ਗਏ ਨੇ। ਉਹ ਬੰਦਾ ਕਹਿ ਰਿਹਾ ਮੈਂ ਜਲਸੇ ਤੇ ਆ ਕੇ ਮੁਬਸ਼ਰ ਰਜ਼ਾ ਨੂੰ ਲੱਭਣਾ ਤੇ ਉਹ ਯਾਰ ਲੱਭ ਲਈ ਮੈਨੂੰ, ਮੇਰੇ ਮੂੰਹ ਤੇ ਆ ਕੇ ਤੂੰ ਬੋਲ ਵੀ ਗਿਆ ਤੇ ਗੱਲ ਕਰੀ। ਅਸੀਂ ਤੇ ਆਪਣਾ ਜਮਾਤੀ ਨਿਜ਼ਾਮ ਦੇ ਅਸੀਂ ਬਿਲਕੁਲ ਤਾਬੇ ਆ। ਤੇ ਆਡੀਓ ਸੁਣਾਓ ਉਹ ਵੀ ਪ੍ਰੂਫ ਦਿਓ, ਉਹ ਜ਼ਰਾ ਆਡੀਓ ਸੁਣਾਓ ਨਾ, ਤੁਸੀਂ ਸੁਣਾਓ ਨਾ, ਕੱਢ ਕੇ ਸੁਣਾਓ ਮੇਰੇ ਮੈਮ। ਉਹ ਪਿਨ ਕਰਿਓ, ਮੈਨੂੰ ਹੁਣ ਬੜੀ ਦੂਰੋਂ ਜਾ ਕੇ ਲੱਭਣੀ ਪੈਣੀ, ਉਹ ਆਡੀਓ ਪਿਨ ਕਰਿਓ ਜ਼ਰਾ। हाँ मैं अपने गुलाम साहब जरा पिन करियो ते ਉਹ ਚਲਾਓ ਨਾ ਜਰਾ। ਛਾਪਰਾਂ ਦੀ ਤੇ ਬੜੀ ਤਕਲੀਫ ਹੋਈ ਸੀ ਉਧਰ ਜਨਾਬ ਮੁਹੰਮਦ ਅਹਿਮਦ ਵੀ ਛਾਪਰ ਚੁੱਕ ਕੇ ਤੇ ਫਿਰਦਾ ਰਿਹਾ 2 ਦਿਨ, ਤੇ ਇਹ ਤੇ ਆਪਣੇ ਕੋਲ ਬਾ ਕੇ ਸਾਰੇ ਕੰਮ ਕਰਾ ਰਿਹਾ।
ਇਹਨੇ ਲੱਖ ਬਈ ਇਸ ਬੰਦੇ ਨੇ ਜਿਹੜੀ ਖੁਦਾ ਦੀ ਕਸਮ ਲਾਨਤ ਖੱਟੀ ਨਾ ਮੁਹੰਮਦ ਅਹਿਮਦ ਨੇ, ਇਸ ਤੋਂ ਬਾਅਦ ਕੋਈ ਨਹੀਂ ਖੱਟ ਸਕਦਾ। ਫਿਰ ਆ ਕੇ ਫਿਰ ਥੱਲੇ ਆ ਕੇ ਪਹਿਲੇ ਨਾਮ ਲਿਖ ਰਿਹਾ, ਇਹੀ ਗੱਲ ਲਿਖ ਰਿਹਾ ਕਿ ਰਾਜੇ ਕੀ ਸਾਹਿਬ ਕੇ ਚਸ਼ਮੋ ਚਿਰਾਗ, ਹਾਲਾਂਕਿ ਮੇਰਾ ਉਹਨਾਂ ਕੋਈ ਰਿਸ਼ਤਾ ਨਹੀਂ। ਤੇ ਮੈਂ ਇਹਨੂੰ ਪਹਿਲੇ ਕਿਹਾ, ਮੈਂ ਕਿਹਾ ਜੇ ਤੂੰ ਇੰਜ ਦੀਆਂ ਗੱਲਾਂ ਕਰੇਗਾ, ਇਹਨੂੰ ਮੈਂ ਉੱਤੇ ਕਿਹਾ ਸੈਫੀ ਨੂੰ, ਸੈਫੀ ਇਹਨੂੰ ਮਿਊਟ ਕਰ, ਹੁਣ ਇਹਨੂੰ ਅਨਮਿਊਟ ਕਰ। ਹੁਣ ਜੇ ਦੁਬਾਰਾ ਮੈਸੇਜ ਲਿਖੇਗਾ ਤੇ ਮੈਂ ਦੱਸਾਂਗਾ ਕਿਸ ਬੰਦੇ ਦੀ ਇੰਡੀਆ 'ਚ ਕਿਹਦੇ ਨਾਲ ਸ਼ਾਦੀ ਹੋਈ ਹੈ, ਕਿਸ ਬੰਦੇ ਦੀ ਭੈਣ ਦੀ। ਵੇਖੋ ਮੇਰੀ ਗੱਲ ਸੁਣੋ, ਤੁਸੀਂ ਇੱਕ ਹਾਈਡ ਗੱਲ ਕੀਤੀ, ਠੀਕ ਹੈ, ਕਿਉਂਕਿ ਉਹਨੇ ਤੁਹਾਡੇ ਬਾਰੇ 'ਚ ਗਲਤ ਗੱਲ ਕੀਤੀ, ਤੁਸੀਂ ਉਹਦੇ ਬਾਰੇ 'ਚ ਗੱਲ ਕਰਤੀ, ਹਾਈਡ ਰੱਖਿਆ, ਨਹੀਂ ਕੀਤੀ, ਮੈਂ ਉਹਦਾ ਨਾਂ ਲਿਆ। ਉਹਨੂੰ ਸੁਣੋ, ਇਹ ਡਰਾਮੇਬਾਜ਼ ਸ਼ੋਬਾਜ਼, ਠੀਕ ਹੈ, ਇਹ ਬੰਦਾ ਜਿਸ ਤਰ੍ਹਾਂ ਅੱਜ ਪੇਸ਼ ਕਰ ਰਿਹਾ ਸੀ, ਉਹ ਆਪਣੇ ਆਪ ਨੂੰ ਮਜ਼ਲੂਮ ਸਾਬਤ ਕਰਕੇ ਆਪਣੇ ਆਪ ਨੂੰ ਤਲਤ ਮਲਕ ਦੇ ਨਾਲ ਰਲਾ ਰਿਹਾ। ਐਗਜ਼ੈਕਟਲੀ 1 ਇੱਥੇ ਗੱਲ ਉਹੀ ਮੈਨੂੰ ਫਿਰ ਭੁੱਲ ਜਾਣੀ ਹੂੰ ਯਾਰ। ਮੇਰੀ ਮਾਂ ਭੈਣ ਨੂੰ ਗਾਲ ਨਿਕਲੀ ਹੋਏ, ਮੈਂ ਉਹਨੂੰ ਬਾਰ-ਬਾਰ ਚਲਾਵਾਂਗਾ? ਮੇਰੇ ਵਾਸਤੇ ਡੁੱਬ ਕੇ ਮਰ ਜਾਣ ਦਾ ਮਕਾਮ ਹੈ ਜਦੋਂ ਮੇਰੇ ਤਖਯਲ 'ਚ ਆਏਗੀ ਨਾ ਇਹ ਗੱਲ ਕਿ ਮੇਰੀ ਛੋਟੀ ਬੇਟੀ ਨੂੰ ਜਾਂ ਮੇਰੀ ਮਾਂ ਨੂੰ ਕਿਸੇ ਨੇ ਗਾਲ ਕੱਢੀ, ਅਸੀਂ ਉਹਨੂੰ ਗਲਤ ਕਹਿ ਰਹੇ ਹਾਂ, ਬਿਲਕੁਲ ਗਲਤ ਕਹਿ ਰਹੇ ਹਾਂ। ਮੁਹੰਮਦ ਖਾਨ ਸਾਹਿਬ ਨੂੰ ਪ੍ਰਾਈਵੇਟਲੀ ਫੋਨ ਕਰਕੇ ਉਹ ਸਾਡੇ ਵੱਡੇ ਭਾਈ ਨੇ ਉਹਨੂੰ ਸਮਝਾਇਆ ਵੀ, ਉਹਨਾਂ ਕਿਹਾ ਯਾਰ ਮੈਂ ਪੁੱਛ ਲੋ ਚਾਹੀਦਾ ਸੀ, ਜਿਸ ਟਾਈਮ ਪਤਾ ਚੱਲਿਆ ਉਸੇ ਟਾਈਮ ਫੋਨ ਕੀਤਾ, ਮੈਂ ਕਿਹਾ ਗਲਤ ਕੀਤਾ ਗਾਲ। ਲੇਕਿਨ ਇਸ ਬੰਦੇ ਦਾ ਹਿਸਾਬ ਲਾਓ ਕਿ ਇਹ ਬੰਦਾ ਬਾਰ-ਬਾਰ ਇਹਨੂੰ ਆਪਣੀ ਬੇਟੀ ਦਾ ਹੀ ਖਿਆਲ ਨਹੀਂ ਕਿ ਉਹ ਆਪਣੀ ਬੇਟੀ ਨੂੰ, ਇੱਕ ਬੰਦੇ ਨੇ ਗਲਤ ਕੀਤਾ, ਆਪਣੀ ਬੇਟੀ ਦੀ ਬਾਰ-ਬਾਰ ਕਿਉਂ ਮੈਂ ਮਜ਼ਲੂਮ ਬਣ ਜਾ ਟਿਕਟੌਕ ਦੇ ਉੱਤੇ, ਭਾਵੇਂ ਮੇਰੀ ਬੇਟੀ ਨੂੰ ਜਿਹੜੀ ਗਾਲ ਪਈ ਉਹ ਮੈਂ 1000 ਵਾਰੀ ਚਲਾਵਾਂ। इन्ना लिल्लाह व इन्ना इलैहि राजिऊन। नहीं, ऑडियो इन्होंने चलाई नहीं थी, ठीक है। मुझे शक था, मैंने कहा हो सकता है कि जिस तरह की ये नेचर में बैठ गए हैं, जैसे अली अकबर मलक तलत जिस तरह झूठ बोलते हैं, मलक तलत साहब ही कहते हैं कि साबित कर दें कि मैंने सबसे पहले गाली किसी को दी हो, मेरे गले में जूतियों का हार डाल दें, ये मलक तलत साहब के अल्फाज हैं। और जब मैं साबित करने गया, मैंने कहा जूतियों का हार लेकर आए, कोई बंदा जूतियों को हार लेने गया अभी, ठीक है, जूतियों को हार तैयार हो रहा था, मलक साहब ने उतनी देर में मुझे गालियां दे दी, शुरू कर दी। मैंने कहा दोस्तों जी अजी तो जुतियां ਦਾ ਤਿਆਰ ਵੀ ਨਹੀਂ ਸੀ ਹੋਣ ਡਿਆ, ਅਜੀ ਮੈਂ ਸਾਬਤ ਕਰਨਾ ਸੀ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਗਾਲਾਂ ਕੱਢ ਦਿੱਤੀਆਂ। ਮਤਲਬ ਕਿ ਉਸ ਬੰਦੇ ਨੂੰ ਨਾਲ ਬਿਠਾ ਕੇ ਕਹਿ ਰਹੇ ਨੇ ਮੇਰੇ ਤੇ ਜ਼ੁਲਮ ਹੋਇਆ, ਤੁਸੀਂ ਕੀ ਕਹਿਣਾ ਚਾਹੋਗੇ जी? उस मोहम्मद अहमद साहब, वो आपके सामने तस्वीर नहीं थी आई कि इन्होंने खलीफा वक्त की तस्वीरें लगवा के पिछले दिनों में क्या कुछ किया है? 2 दिन हुए हैं अभी, वो आप भूल गए थे, वो जी एक्शन का रिएक्शन आया था, तो ये भी तो एक्शन का रिएक्शन आया था, ये भी तो आपने कुछ हरकत की थी तो आपको उसका जवाब मिला था ना। इसकी दर्द पहुंची है, उसकी दर्द नहीं पहुंची। देखो 1122 मैंने तो वो तस्वीर देखी है, मैं सॉरी, मैं अगर इसने ऑडियो नहीं चलाई तो ठीक है, मैं अपने अल्फाज वापस लेता हूँ क्योंकि मैं ब्रॉड नहीं इसकी सुन सका। मैं नहीं मैंने सुनी थी, मैंने ऑडियो मांगी थी, ठीक है, मैंने इसको बोला था कि ऑडियो दो, और ये आगे से मुझे इन्होंने फिर मैसेज किए, जो मैंने मैसेज किए इन्होंने पहले लाइव सुनाए, और फिर क्योंकि ये प्राइवेट बात हुई, प्राइवेट नहीं रहने चाहिए, ये इनकी पुरानी आदत है कहने के प्राइवेट बात को प्राइवेट नहीं रखते, वो फिर लाइव में आके उस पर डिस्कस करते हैं, मजाक उड़ाते हैं। मैं फिर मजम्मत करने लगा था, मैं इजहार अफसोस करने लगा था, जो मोहम्मद खान साहब ने किया था ना, मैं इजहार अफसोस करने लगा था। मैंने कहा अगर इजहार अफसोस करूंगा तो इसने उसका भी मजाक बना के आगे पेश करना है। मैं कहा दफा मारो, ऐसे बंदे के साथ इजहार अफसोस करने की जरूरत ही नहीं है, वो लगा भाई लगा रहे, हमारी तरफ से भाई ये है, उसने जो किया गलत की है, बस इससे आगे कोई इजहार अफसोस आपसे नहीं करना चाहते हम। क्यों कि आप तो इस चीजों को कैश कराते हैं, आप तो इन चीजों को कैश कर रहे हैं, आप अपनी मजलूमियत कार्ड खेल रहे हैं ये इन चीजों को। अगर आप इतनी ही नसीहत करना चाहते, आप ये एहसास दिलाना चाहते किसी बंदे को कि इसने गलत किया है, तो फिर आपका तरीका और होता। आप मजलूमियत कार्ड खेल रहे हैं, आप जमात के मशहूर बुजुर्गों को बदनाम करने की कोशिश कर रहे हैं, जिस तरह आपने पिछले दिनों बाटर के साथ मिलकर किया है। आपने मिर्जा बशीर अहमद अहमद साहब के बारे में ठट्ठा मजाक करते रहे हैं, हंसी मजाक करते रहे हैं, मैं भूल गया हूं, मेरे पास वो रिकॉर्डिंग पड़ी हुई है, बिल्कुल सीरत मैं भूल गया हूं। आपका तो ये आपने तो अपने फंडे के लिए, अपना जो मकसद है आपका कि अहमदी बुजुर्गान को उनकी वैल्यू कम करनी है, उनकी जो शान है वो कम करनी है, आपने तो उस मकसद में ये वाला काम यूज किया। तो आपके साथ तो इजहार अफसोस बनता भी नहीं है। मैंने तो गलती की, जो आपसे उससे पहले इजहार अफसोस करना चाह रहा था। मैंने कहा अगर ऑडियो आएगी तो मैं इजहार अफसोस करूंगा। फिर मैंने मोहम्मद खान साहब से पूछा, उन्होंने कहा मैं गाली दी है, और मैंने उसी टाइम कहा कि ये गलत किया है, बस ये उन्होंने गलत किया, उसको समझाया है भाई ये ना कर, ये काम गलत है, बस
آپ نے کیا کیا؟ اس کو کیش کیا، کیش کر کے کیا کیا جماعت کے بزرگان کو جھوٹا الزام لگا کر ایک ایسے بندے کے ساتھ ہم کیا ہیں بھائی؟ کہاں راجی کی صاحب اور کہاں ہم رضی اللہ تعالیٰ عنہ، کہاں ہماری کیا ان کے ساتھ کہہ لیں کہ آپ جوڑ توڑ لا رہے ہیں ہم جیسے اگر میرا ان کے ساتھ ہم ان کی وہ والا جوتیوں کے برابر بھی نہیں بیان کر رہے ہیں وہ ہوتا، میں نے فخر سے کہنا تھا میں وہ بھائی ہم ان کی جوتیوں کے برابر بھی نہیں ہے، وہ کہاں مہان شخصیات، آپ ان کا مذاق بنوانا چاہ رہے ہیں۔ اور نام کس کا لے رہے ہیں، یوز کس کو کر رہے ہیں؟ ایک بندے نے ان کو خسری بول دیا، اس کو لے کر، اس گالی کو لے کر آگے مزاج بنا کر بزرگوں کو بدنام کرنے کی کوشش کی جا رہی ہے۔ عجیب ڈرامہ ہے بھائی کب نکلو گے ان ڈراموں سے؟ ہمیں بھی بتاؤ کب یہ ڈرامے چھوڑ دو گے؟ خدا کا خوف کرو۔ اگر نہیں پسند کوئی شخصیت، نہیں پسند کوئی اکابر، تو سائڈ پہ ہو جاؤ، نہ ان کا ذکر کرو، اپنے آپ کو سائڈ پہ کرو۔ طلعت ملک نے بھی تو کیا ہے نا اپنے آپ کو سائڈ، طلعت ملک نے اپنے آپ کو نظام سے باہر کیا ہے نا، تو تم بھی کر لو۔ تم ہمیں موت پڑتی ہے، تم نے ضرور بدنامی لینی ہے اپنے سر پہ، وہ ہو گیا نا سائڈ پہ، اب کر رہا ہے، جائے کرے جو مرضی کرے۔ اور پھر طلعت ملک صاحب کا حساب لگائیں، وہ بھی مظلومیت کارڈ کھیل رہے ہیں۔ بھائی ایک عورت کو آپ نے خود سوشل میڈیا پہ لے کر آئے ہیں اور پیچھے گانے لگائے ہوئے ہیں، اس عورت کو آپ خود لے کر آئے ہیں، اور آج تک یہ بیان میرا ریکارڈ کریں بھائی سارے، یہ آج تک ملک طلعت نے ایک بار بھی نہیں کہا کہ گجر 22 نے کیوں میری بیٹی کی اور بیوی کی تصویر لگائی تھی۔ آج تک اس بندے نے نہیں کہا، آج تک کہا ہے؟ کیوں نہیں کہا بھائی؟ کہے تو صحیح، اگلوں نے گھر تک تن دینا۔ پھر دوبارہ جو گالیاں اس نے ان کو دی ہیں، جنہوں نے جو احمدی، نادان احمدی بولوں گا، کہ جنہوں نے ان کی عورت کی تصویریں لگا کے تو اوپر کچھ بھی کیا، وہ نادان احمدیوں کو جو اس نے گالیاں دی ہیں، کیا اس نے گالیاں وہ گجر کو دی تھی جس نے اس کی سب سے پہلے لگائی ہوئی تھی بیوی کی اور بیٹی کی تصویر؟ اس کو دی تھی؟ نہیں جی دی۔ کیوں نہیں دی بھائی؟ اس نے گھر گھس جانا تھا، اس نے گھر سے تمہیں گلمے سے پکڑ کے لے آنا تھا، باہر نکل، تم ان گال کیوں کڈی ہے؟ ہاں میں ٹنگی سے تیری بڈی کی کر لیں گا۔ یہ کرتے ہیں وہ۔ تم معصوموں کو ٹارگٹ کرتے ہو جن کو پتا بھائی انہوں نے کتنے پیچھے میرے ہونا، میں کڈنا انہاں دی گالاں، چلو اور کھ نہیں، ٹھیک ہے میرے کو ایک اور چیز ہے وے، میں خلیفہ وقت دی بیویاں دے لا دینا۔ اور لانتی انسان جب گجر 22 نے لگائی تھی، تم نے کب دی تھی گالی گجر 22 کو؟ اس نے تو پہلے تمہاری بیوی کی تصویریں لگائی تھی، اس کی لگانی تھی نا ام المومنین کی، یا اس کی کوئی اس طرح کی خلیفہ کی بیوی کی۔ تمہارے گھر گھس کے انہوں نے مارنا تھا، تمہیں گل میں پکڑ کے کتا بنانا تھا، تمہارا منہ کالا کر کے کھوتے کے اوپر بٹھانا تھا، تمہارے گال میں وہ چتروں کا ہاتھ ڈالنا تھا، اگر تم گجر کے سامنے بات کرتے کہ انہوں نے میری بیوی کی کیوں تصویریں لگائی ہیں۔ ہمیں باتیں سنا رہے ہو، ہمیں آ کے اس طرح کے ڈرامے بازیاں اور شو بازیاں سکھا رہے ہو سب کو بیٹھ کے کہ ایسے شو بازی کی جاتی ہے، ایسے ڈرامے کی بازی کی جاتی ہے، جن کا پتہ ہے کہ انہوں نے کچھ نہیں بگاڑنا، اور ان کو ہم بلیک میل کریں گے۔ اگر وہ ہم نے گالی ان کو دی، انہوں نے ہماری بیوی کی لگائی، ہم ان کی اکابرین کی بیویوں کی لگائیں گے۔ یہ تو آپ کے پاس اربا، یہی تو اربا وہ یوز کرتے ہیں سارے جو سرکاری مسلمان ہیں، وہ بھی یہ کام کرتے ہیں۔ ندان احمدی کی حرکت کی وجہ سے تم نے پورے احمدیوں کی جذبات کو مجروح کیا، ٹھیک ہے، ان کے خلیفہ کی بیوی کی فوٹو لگائی، اور یہ گند جو طلعت ملک کے نام سے مشہور ہے، اس کو محمد احمد صاحب، بار بار محمد احمد صاحب کا بیان ریکارڈ کروانا چاہ رہا ہوں تاکہ لوگوں کے کان میں یہ بات آئے، لوگ یہ سنیں، لوگ یہ جا کے ان سے سوال بھی پوچھیں کہ محمد احمد صاحب کل آپ نے آج آپ نے یہ بیان دیا ہے کہ ہم نے ملک طلعت جیسا گند کا ڈھیر اور علی اکبر جیسا شاتم رسول لعنتی انسان، اللہ تعالیٰ کی لعنت برسی ہو جس کے اوپر، اس جیسے گند کو اور چودھری نصر اللہ جیسے گند کو، غلیظ انسان کو ہم نے ساتھ لے کے چلنا ہے، اور ہم نے یہ تسلیم کرنا ہے کہ یہ گند ہمارے اندر موجود ہے۔ بھائی ہم نے نہیں لے کے چلنا، یہ گند تم اپنے پاس بٹھاؤ، اپنے ساتھ ملاؤ، احمدیوں کے ساتھ نہ ملاؤ۔ یہ احمدیوں میں گند نہیں ہے، جو گند ہے اس کو ہم سائڈ پہ کریں گے، آہستہ آہستہ ہوں گے، سارے ہوں گے، جو گند ہے وہ سائڈ پہ جائے گا۔ آپ وہ گند سمیٹنے کی کوشش کرو، آپ اپنے گلے لگاؤ، جواد صاحب آپ بھی لگاؤ، ٹھیک ہے، آپ اس گند کو بھاگ کے اس گلے لگاؤ، ملک طلعت کو گلے لگاؤ، جا کے علی اکبر کو گلے لگاؤ،
और बाकी जो गंद है ना, जो गंद है उसको अपने साथ बटाओ, उसको गले लगाओ, बोलो हमारा भाई है, हम सारे भाई भाई हैं, आपस में सुलह कर लेते हैं। भाई हमारी जूती की नोक के ऊपर ये सुलह जो शातिम रसूल से की जाएगी, जो गुस्ताख से की जाएगी, जो खलीफा वक्त की बीवी की तस्वीरें लगा के करेगा, उस लानती से की जाएगी। ऐसी सुलह को हम जूती की नोक पे रखते हैं। जवाद साहब ये ले जाए हमारा पैगाम और जाकर रिकॉर्ड करके पूरी दुनिया में फैला दे, हमें किसी से डर नहीं है इस बात पे ऊपर। भाई जो शातिम रसूल से सुलह करनी है, उस सुलह को हम जूती की नोक पे रखते हैं। ये मैं 2 दिन पीछे मुझे फोन आया किसी बंदे का, उसने बोला भाई वो जवाद साहब सुलह करा रहे हैं। मैं कहा जवाद साहब कौन से होते हैं सुलह कराने वाले? जब एक बंदे पर अल्लाह ताला की खलीफा वक्त की जमात की लानत बरस गई हो, ठीक है, और वो लानती मान गया हो कि मैं लानती हूं, मैं आज भी गुस्ताखी करता हूं, मैं आज ताज़ी करके आया हूं, और वो लानती अपने आप को लानती तस्लीम कर रहा हो, और आप कह रहे हैं मुझसे सुलह कर लें। जवाद साहब आपका दिमाग सेट है? आप कहाँ रहते हैं? कहाँ रहते हैं आप? क्या खाते हैं? को अक्ल की गोली खाएं। मैं ना कालू साहब भी आ गए तशरीफ। वालेकुम सलाम रहमतुल्लाह। ਕੀ ਹਾਲ ਚਾਲ ਬਈ ਠੀਕ ਠਾਕ ਹੋ? ठीक ठाक हाँ की दसिए कालू साहब वो मेरी को मेरे को चलो मेरे को गलती हुई यार, मैं हुसैनी साहब ਨੂੰ ਕਿਹਾ ਕਿ ਤੁਸੀਂ ਬੇਵਕੂਫ ਬਣਾ ਰਹੇ ਹੋ ਸਾਰੇ ਅਹਿਮਦੀਆਂ ਨੂੰ, ਉਹਦੇ ਵਾਸਤੇ ਲਫ਼ਜ਼ ਮੈਂ ਚਲੋ ਦੂਜਾ ਚੇ ਵਾਲਾ ਇਸਤੇਮਾਲ ਕੀਤਾ, ਮੈਂ ਗਲਤ ਕੀਤਾ, ਮੈਂ ਮੰਨਣਾ ਵਾ। ਉਹ ਹੁਸੈਨੀ ਸਾਹਿਬ ਨੇ ਫੜ ਕੇ ਕੁੱਤੇ ਖੋਲਤੇ ਨੇ ਸਾਡੇ ਤੇ ਯਾਰ। ਉਹ ਕੋਈ ਗੱਲ ਨਹੀਂ ਟੈਨਸ਼ਨ ਉਹ ਕੁੱਤੇ ਜਨਾਬ ਉਹ ਪੈਂਦੇ ਨੇ ਪੇਜ ਨਾ ਦੂਰੋਂ ਹੀ ਵਹੂ ਵਹੂ ਕਰਦੇ ਨੇ ਪਏ, ਪੈਣ ਵਾਲੇ ਹੁੰਦੇ ਤੇ ਮਤਲਬ ਚੱਕ ਵੀ ਨਹੀਂ ਮਾਰਦੇ, ਦੂਰੋਂ ਵਹੂ ਵਹੂ ਵੀ ਕਰਦੇ ਨੇ ਪਏ। ਕੋਈ ਨਹੀਂ ਛੱਡ ਛੜੀ ਤੇ ਮੈਂ ਤੇ ਰਜਤਨਾ ਦੀ ਗੱਲ ਕਰਦੇ ਸਵਾਲ ਤੁਸੀਂ ਭਾਈ, ਉਹਦੇ ਵਿੱਚ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸਨ ਉਹ ਬੜੀਆਂ ਅਹਿਮ ਸਨ। ਉਹਦੇ ਵਿੱਚ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਮੈਂ ਸ਼ਾਦੀਅਤ ਅੱਲਾਹ ਦੀ ਕਰਾਂ, ਰਸੂਲ ਦੀ ਕਰਾਂ, ਮਤਲਬ ਖੁਲਫਾ ਦੀ ਕਰਾਂ, ਸਹਾਬਾ ਦੀ ਕਰਾਂ, ਉਹ ਤੋਂ ਮੈਨੂੰ ਨਹੀਂ ਰੋਕਿਆ ਜਾਏਗਾ। ਇਹ ਉਹਦੇ ਵਿੱਚ ਇੱਕ ਸ਼ਰਤ ਸੀ। ਅਗਰ ਕਿਸੇ ਕੋਲ ਆਡੀਓ ਹੈ ਤੇ ਮੇਰੇ ਖਿਆਲ ਲਾਜ਼ਮੀ ਹੋਏਗੀ ਤੇ ਲੱਭ ਵੀ ਜਾਏਗੀ। ਤੇ ਉਹਦੇ ਵਿੱਚ ਸ਼ਰਤਾਂ ਦੇ ਵਿੱਚ ਇੱਕ ਸ਼ਰਤ ਉਹਨਾਂ ਨੇ ਇਹ ਕੀਤੀ ਸੀ, ਇਹ ਅਲੀ ਅਕਬਰ ਸਾਹਿਬ ਦੀ ਸ਼ਰਤ ਹੈ। ਉਸ ਤੋਂ ਬਾਅਦ ਤੁਸੀਂ ਅਗਲੀ ਆਡੀਓ ਛੱਡ ਛੱਡੋ ਨੇ ਉਹਨਾਂ ਨੂੰ। ਹਲੋ ਸਾਹਿਬ ਮੈਂ ਤੇ ਤੁਹਾਨੂੰ ਆਖਿਆ ਕਿ ਖੁਦਾ ਦਾ ਵਾਸਤਾ ਸਾਨੂੰ ਗਾਲਾਂ ਕੱਢਣ ਦੇ, ਉਹਨਾਂ ਨੂੰ ਕੱਢਣ ਦਿਓ। ਉਹ ਸਿੱਧਾ ਹੀ ਉਮਹਾਦੁਲ ਮੋਮਿਨੀਨ ਤੇ ਜਾਂਦਾ ਹੈ। ਚਲੋ ਸਾਨੂੰ ਕੱਢ ਲੈ ਦਿਓ ਯਾਰ, ਕੀ ਫਰਕ ਹੈ? ਸਾਨੂੰ ਕੱਢ ਦਿਓ ਉਹਨਾਂ ਨੂੰ ਗਾਲਾਂ, ਬਿਲਕੁਲ ਜਵਾਬ ਨਾ ਦਿਓ, ਸਾਨੂੰ ਗਾਲਾਂ ਕੱਢਣ ਕੱਢੀ ਹੈ, ਕੋਈ ਫਰਕ ਨਹੀਂ ਪੈਂਦਾ। ਸਾਹਿਬ ਆਪਣੀ ਕਵਰੇਜ ਆਣਾ ਹੁਣਾ ਰਾਣਾ ਸਾਹਿਬ, ਸਾਡਾ ਕੀ ਨੁਕਸਾਨ ਕਰਨਾ? ਉਹ ਮੁਹਾਤਲ ਮੋਮਿਨੀਨ ਨੂੰ ਕੱਢੇ, ਖੁਦਾ ਨੂੰ ਕੱਢੇ, ਜਿੰਨੂੰ ਮਰਜ਼ੀ ਕੱਢੇ, ਸਾਡੇ ਕੋਲ ਬਹਿ ਕੇ ਤੇ ਨਹੀਂ ਕੱਢਣ ਡਿਆ। ਇਹ ਸਾਨੂੰ ਕੱਢ ਕੇ ਥੋੜੀ ਦੇਰ ਉਧਰੋਂ ਬ੍ਰੇਕ ਦਿੰਦਾ, ਮਿਹਰਬਾਨੀ ਨਹੀਂ ਸਾਨੂੰ ਨਹੀਂ ਬ੍ਰੇਕ ਦਵਾਉਣ ਦੀ ਜ਼ਰੂਰਤ, ਉਹਨੂੰ ਕੱਢੇ ਕੋਈ ਗੱਲ ਨਹੀਂ ਬ੍ਰੇਕ ਦਵਾਉਣੀ। ਵੀ ਤੁਹਾਨੂੰ ਗਾਲ ਕੱਢਣ ਦਾ ਗੁਨਾਹ ਘੱਟ ਏ, ਉਧਰ ਗਾਲ ਕੱਢਣ ਦਾ ਗੁਨਾਹ ਵੱਧ ਏ, ਤੁਹਾਨੂੰ ਉਧਰ ਕੱਢਣ ਦਿਓ। ਨਹੀਂ ਮੈਂ ਨਹੀਂ ਇਹ ਮੈਂ ਕਹਿੰਦਾ ਕਿ ਸਾਨੂੰ ਕੱਢਣ ਦੇ, ਜਵਾਬ ਨਾ ਦਿਓ, ਉਹਨਾਂ ਨੂੰ ਕੱਢਣ ਦਿਓ ਗਾਲ। ਸਾਡੇ ਵਾਲੇ ਲੱਗੇ ਜਾਣ। ਕੋਈ ਨਹੀਂ ਇਮਰਾਨ ਕਾਲੂ ਸਾਹਿਬ, ਮੈਂ ਤੁਹਾਨੂੰ ਥੋੜਾ ਜਿਹਾ ਲੁਬੇ ਲਬਾਬ ਦੱਸ ਦਿਆਂ ਕਿ ਅੱਜ ਸੁਬਾਹ ਜਿਹੜਾ ਨਾ ਅੱਜ ਮਜ਼ਲੂਮੀਅਤ ਕਾਰਡ ਖੇਡਿਆ ਜਾ ਰਿਹਾ ਸੀ। ਇੱਕ ਨਦਾਨ ਸਾਡੇ ਭਾਈ ਦੀ ਗੱਲ ਸੀ ਛੋਟੀ ਜੀ, ਠੀਕ ਹੈ। ਆਡੀਓ ਤੁਹਾਨੂੰ ਭੇਜੀ ਸੀ 1122 ਸਾਹਿਬ ਤੁਹਾਡੀ ਫਜ਼ਾਨ ਵਾਲੀ, ਉਹ ਤੇ ਸੁਣਾ ਦਿਓ ਵਿੱਚ, ਫਿਰ ਮੌਕਾ ਜੇ ਮਿਲ ਗਿਆ ਤਾਂ ਗੱਲ ਸੁਣਾਉਣ ਤੋਂ ਬਾਅਦ ਸੁਣਾ ਦਿਓ, ਤੁਸੀਂ ਸੁਣਾ ਦਿਓ ਇੱਕ ਦਫਾ। ਮੈਨੂੰ ਜਿਹੜੀ ਤੁਸੀਂ ਲਾਸਟ ਘੱਲੀ ਹੈ, ਮੈਂ ਪਹਿਲਾਂ ਆਡੀਓ ਸੁਣਾ ਦੇਣਾ, ਫਿਰ ਮੈਂ ਆਪਣੇ ਰਿਮਾਰਕਸ ਦਿਆਂਗਾ ਜਿਹੜੇ ਆਡੀਓ ਚ ਰਹਿਣ ਦੋ ਨਾ, ਐਵੇਂ ਸੁਣਾਈ ਜਾਓ ਆਡੀਓ, ਕੀ ਸੁਣਾਣਾ ਜਾ ਕੁਛ ਨਹੀਂ, ਮੈਨੂੰ ਨਹੀਂ ਪਤਾ, ਮੈਂ ਸੁਣ ਲੈਣੀ ਹੈ। ਅਸਲ ਚ ਘਰ ਵਿੱਚ ਚਲੇ ਗਏ ਸਾਰੇ, ਰੁਕੇ ਜਲਸਾ ਹੈ ਨਾ ਅਗਲੇ ਹਫਤੇ। ਉਹ ਮੈਂ ਸੀ ਇਕੱਲਾ, ਪਿੱਛੇ ਤੋਂ ਇਜਲਾਸ ਵੀ ਸੀ, ਖਾਣਾ ਵੀ ਖਾਣਾ ਸੀ, ਤੇ ਉਹ ਨਾ ਕਿ ਹੁਣ ਮੈਂ ਵੀ ਅਗਲੇ ਜੁਮੇ ਜੁਮੇਰਾਤ ਚਲੇ ਜਾਣਾ ਹੈਗਾ ਉੱਥੇ ਨਾ। ਉੱਥੇ ਮੁਬਸ਼ਰ ਦਾ ਮਿਲੇਗਾ, ਮੈਂ ਚੰਗੀ ਤੱਕ ਨਹੀਂ ਪੜਾਂਗਾ ਉੱਥੇ, ਨਜ਼ਰ ਇਹਨਾਂ ਹਰ ਜਾਣਾ ਉੱਥੇ ਦੇਖਣਾ। ਉਹ ਐਸੇ ਮੈਂ ਜਾਣਦਾ ਇਹਨਾਂ ਨੇ, ਐਸੇ ਜੁੱਤੀ ਦੇ ਸਾਹਮਣੇ ਨਹੀਂ ਆਣਾ ਕਿਸੇ ਨੇ ਵੀ। ਬੁਜ਼ਦਿਲ ਨੇ ਸਾਰੇ ਸਾਲੇ। ਉਹ ਸਹੀ ਯਾਰ, ਅਸੀਂ ਸਾਈਡ ਦੋ 112 ਤੇ ਬਈ ਨਸ਼ਰ ਕੀਤਾ ਨਾਸਰ ਭੱਟ ਸਾਹਿਬ ਨੇ ਮੇਰੇ ਘਰ ਦਾ, ਮੇਰਾ ਫੋਨ ਨੰਬਰ ਵੈਸੇ ਚੱਲਦਾ ਹੁੰਦਾ, 에어ਪੋਰਟ ਤੇ ਮੈਂ ਖੜਾ ਹੁੰਦਾ, ਫਰੈਂਕਫਰਟ ਸਟੇਸ਼ਨ ਤੇ ਖੜਾ ਹੁੰਦਾ, ਸਾਰੇ ਟਿਊਬਰਾਂ ਚਲਾਉਂਦੇ, 1122 ਪਤਾ ਹੁੰਦਾ ਮੈਂ ਕਿੱਥੇ ਆ। ਹਿੰਮਤ ਨਹੀਂ ਕਿਸੇ ਦੇ ਵਿੱਚ ਆ ਕੇ ਗੱਲ ਕਰਨ ਦੀ।
ਔਰ ਨਹੀਂ ਇੱਥੇ ਮੈਂ ਰੋਟੀ ਨੂੰ ਫਾਈ ਲਾ ਕੇ ਬੈਠੇ ਨੇ ਸਾਰੇ ਦੇ ਸਾਰੇ ਕਰਕੇ ਜਾਣਾ ਕਿੱਥੇ ਨੇ। ਚਲੋ ਤੁਸੀਂ ਗੱਲ ਕਰੋ ਨਾਇਕ ਨਾਲ। ਆ ਦੇਖੋ ਮਾਸ਼ਾਅੱਲਾ ਕਿੰਨੇ ਦਲੇਰ ਆਦਮੀ ਨੇ ਇਹ ਆ ਕਹਿ ਗਏ ਰਹੇ ਨੇ ਮਲਕ। ਇਹ ਮਲਕ ਸਾਹਿਬ ਮਾਸ਼ਾਅੱਲਾ ਬਹੁਤ ਦਲੇਰ ਆਦਮੀ ਨੇ। ਉਹ ਕਹਿ ਰਹੇ ਨੇ ਮੈਂ ਉੱਥੇ ਹੋਣਾ ਹੈ ਤੇ ਮੈਂ ਇਹ ਪਾੜ ਦੇਣਾ ਜਾਂ ਉਹ ਪਾੜ ਦੇਣਾ। ਮਾਸ਼ਾਅੱਲਾ ਬਹੁਤ ਦਲੇਰ ਨੇ। ਓਏ ਆਪਣੀ ਸਗੀ ਬੇਟੀ ਤੇ ਮੰਗਵਾ ਲਓ ਅਲੀ ਅਕਬਰ ਸਾਹਿਬ। ਬੇਟੀ ਤੁਹਾਡੀ ਨਹੀਂ ਆ ਸਕਦੀ ਜਰਮਨੀ। ਸਰ ਸੁਣਿਓ ਇੱਕ ਹੋਰ ਚੀਜ਼ ਆਈ ਜੇ। ਇੱਕ ਬੇਟੀ ਹੈ ਤੁਹਾਡੀ। मलिक साहब ये मलिक साहब ने मेरा ख्याल उधर मुनाजरा शुरू किया पंगा पाया है मलिक साहब नु। ਅੱਛਾ ਤੁਸੀਂ ਇਹ ਹਿਸਾਬ ਲਾਓ ਕਿ ਝੂਠੀ ਗੈਰਤ ਦਾ ਹਿਸਾਬ ਲਾਓ, ਝੂਠੀ ਜਿਹੜੀ ਇਸ਼ਕ ਰਸੂਲ ਝੂਠਾ ਜਿਹੜਾ ਇਹਨਾਂ ਨੇ ਦਿਲਾਂ ਦੇ ਵਿੱਚ ਵਸਾ ਕੇ ਬੈਠੇ ਨੇ, ਝੂਠੀ ਇਹ ਅਸੀਂ ਤੇ ਇਹੀ ਸਾਬਤ ਕਰਨ ਬੈਠੇ ਹਾਂ ਇੱਥੇ ਅਲਹਮਦੁਲਿਲਾ ਕਿ ਇਹਨਾਂ ਲੋਕਾਂ ਦੇ ਵਿੱਚ ਆ ਜਿਹੜੇ ਸਰਕਾਰੀ ਮੁਸਲਮਾਨ ਨੇ, ਇਹਨਾਂ ਲੋਕਾਂ ਦੇ ਵਿੱਚ ਗੈਰਤ ਨਾਮ ਦੀ ਕੋਈ ਸ਼ੈ ਨਹੀਂ ਹੈ। ਉਹ ਕਿਉਂ ਇਹ ਗੱਲ ਕਹੀ ਸੀ ਕਿ ਗੈਰਤ ਨਾਮ ਦੀ ਸ਼ੈ ਨਹੀਂ ਹੈ? ਉਹ ਇਸ ਗੱਲੋਂ ਕਹੀ ਸੀ। ਤੁਸੀਂ ਵੇਖਿਆ ਹੋਣਾ ਕਿ ਹੁਣੇ ਹੀ ਇਹੀ ਅਲੀ ਅਕਬਰ ਜਿਹਨੂੰ ਸ਼ਾਤਮੇ ਰਸੂਲ ਕਰਾਰ ਦਿੱਤਾ ਗਿਆ ਸੀ ਇਹ ਅਮਨ ਨਜ਼ੀਰ ਦੀ ਤਰਫੋਂ, ਅੱਜ ਵੇਖੋ ਜੱਫੀ ਪਾ ਕੇ ਬੈਠੇ। ਮਤਲਬ ਇੱਥੋਂ ਕੀ ਸਾਬਤ ਹੁੰਦਾ ਕਿ ਇਹਨਾਂ ਲੋਕਾਂ ਦੇ ਵਿੱਚ ਵੀ ਝੂਠੀ ਗੈਰਤ ਹੈ, ਝੂਠਾ ਇਸ਼ਕ ਹੈ ਕਿ ਸਾਨੂੰ ਬੜਾ ਇਸ਼ਕ ਹੈ। ਅੱਜ ਜ਼ਿਆ ਰਸੂਲ ਨੇ ਮੂੰਹ ਦੇ ਉੱਤੇ ਚਪੇੜ ਮਾਰੀ ਅਮਰ ਨਜ਼ੀਰ ਦੇ। ਉਹਨੇ ਆਖਿਆ ਅਮਰ ਨਜ਼ੀਰ ਇਹ ਗੱਲ ਨਾ ਭੌਂਕਿਆ ਕਰ ਕਿ ਸ਼ਾਤਮੀਅਤ ਮੈਂ ਚਾਹੁੰਦਾ ਵਾ ਹੋਵੇ ਸ਼ਾਤਮੀਅਤ। ਉਹਨੇ ਆਖਿਆ ਮੈਂ ਤਾਂ ਬੇਰਹਾਬਾਦ ਵਾ। ਉਹਨੇ ਆਖਿਆ ਜਿੰਨੀ ਵਾਰੀ ਕਿਹਾ ਇਹ ਗੱਲ ਨੂੰ ਗਲਤ ਕਰ ਰਿਹਾ, ਇਹ ਤੂੰ ਤੇਰੇ ਜਨਮ ਦਾ ਕਲਾ ਕੇ ਇੰਧਨ ਪੈਦਾ ਕਰ ਰਹੇ ਆ ਆਪਣੇ ਵਾਸਤੇ, ਇਹ ਨਾ ਪੈਦਾ ਕਰ। ਅਸੀਂ ਇਹੀ ਦੱਸ ਰਹੇ ਹਾਂ ਤੁਹਾਨੂੰ ਕਿ ਇਹ ਜਨਮ ਦਾ ਇੰਧਨ ਪੈਦਾ ਕਰ ਰਿਹਾ ਆਪਣੇ ਵਾਸਤੇ। ਇਹਦੇ ਤੇ ਅੱਲਾਹ ਤਾਲਾ ਦਾ ਅਜ਼ਾਬ ਹੋਣਾ ਹੈ, ਇਹ ਖੁਦ ਚਾਹੁੰਦਾ ਹੈ। ਹੁਣ ਇਹਨੇ ਉਹਦੀ ਸਪੋਰਟ ਦੇ ਵਿੱਚ ਉਹਦੇ ਨਾਲ ਜੱਫੀ ਪਾ ਕੇ ਬੈਠਾ ਹੈ, ਉਹਦੇ ਨਾਲ ਅਲੀ ਅਕਬਰ ਦੇ ਨਾਲ। ਇਹ ਸਭ ਤੋਂ ਪਹਿਲਾਂ ਤਾਂ ਇਹੀ ਕਹਿਣ ਵਾਲਾ ਸੀ ਕਿ ਅਲੀ ਅਕਬਰ ਸ਼ਾਤਮ ਹੈ। ਤੇ ਖੁਦਾ ਮੇਰਾ ਜਾਣਦਾ ਮੇਰੇ ਲੂੰ ਕੰਡੇ ਖੜੇ ਹੋ ਗਏ ਸਨ, ਮੇਰੇ ਮੱਥੇ ਤੇ ਪਸੀਨਾ ਆ ਗਿਆ ਸੀ ਜਿੱਦਣ ਮੈਂ ਪਹਿਲੀ ਗਾਲ ਅਲੀ ਅਕਬਰ ਕੋ ਸ਼ਹਿਨਸ਼ਾਹਵਾਨ ਦੀ ਬਰਾੜ ਦੇ ਉੱਤੇ ਆਮਰ ਨਜ਼ੀਰ ਦੇ ਸਾਹਮਣੇ ਸੁਣੀ ਸੀ। ਤੇ ਜਿੱਡੀ ਗੰਦੀ ਤੇ ਬਲੰਗੀ ਗਾਲ ਉਹਨੇ ਉਮੁਲ ਮੋਮਿਨੀਨ ਨੂੰ ਕੱਢੀ ਸੀ ਨਾ, ਅਗਰ ਕੋਈ ਗੈਰਤਮੰਦ ਹੁੰਦਾ ਨਾ, ਇਹਨਾਂ ਚੋਂ ਗੈਰਤਮੰਦ ਹੁੰਦਾ, ਉਹ ਕਦੀ ਇਹਦੇ ਨਾਲ ਵੀ ਨਾ ਬਹਿੰਦਾ। ਠੀਕ ਹੈ। ਬਹਰਹਾਲ 1122 ਭਾਈ ਗੱਲ ਇਹ ਵੇ ਕਿ ਸਾਨੂੰ ਇਹ ਰੂਹਾਨੀ ਫਜ਼ਾਨ ਭਾਈ ਸਾਡਾ ਆਪਣਾ ਵੇਖੋ ਨਾ। ਤੁਸੀਂ ਗੱਲ ਸੁਣੋ, ਅਸੀਂ ਸਭ ਤੋਂ ਪਹਿਲੋਂ ਤੇ ਕਿਸੇ ਦੇ ਉੱਤੇ ਅਸੀਂ ਕੋਈ ਮਤਲਬ ਖੁਦਾਈ ਫੌਜਦਾਰ ਨਹੀਂ ਹੈ। ਜਿਹੜਾ ਜੋ ਕਰਦਾ ਨਾ ਉਹਨੂੰ ਕਰਨ ਦੋ। ਸਾਡੇ ਲਾਗੇ ਬਹਿ ਕੇ ਨਾ ਤੇ ਅਸੀਂ ਉਹਨੂੰ ਇਜਾਜ਼ਤ ਦਿੰਦੇ ਆ ਕਿਸੇ ਨੂੰ ਗਾਲ ਕੱਢਣ ਦੀ, ਤੇ ਨਾ ਅਸੀਂ ਕਿਸੇ ਨੂੰ ਬਿਠਾਉਂਦੇ ਆ ਜਿਹੜਾ ਇਹੋ ਜਿਹੀ ਗੰਦੀ ਜ਼ੁਬਾਨ ਇਸਤੇਮਾਲ ਕਰਦਾ। ਕੋਈ ਵੀ ਹੋਏ ਸਾਨੂੰ ਜ਼ਰੂਰਤ ਹੀ ਨਹੀਂ ਹੈ ਨਾ। ਤੇ ਇਸ ਤੋਂ ਹਰ ਟਾਈਮ ਉਹਨਾਂ ਨੂੰ ਡਿਸਕਸ ਕਰਨਾ ਵੀ ਛੱਡੋ। ਹਰ ਬੰਦੇ ਦੀ ਆਪਣੀ ਜ਼ਿੰਦਗੀ, ਮੈਂ ਦੱਸ ਦਿੰਦਾ ਕਿਸੇ ਨੂੰ ਅਹਿਮੀਅਤ ਨਾ ਦਿਆ ਕਰੋ। ਮਤਲਬ ਇਮਰਾਨ ਭਾਈ ਨਹੀਂ ਅਹਿਮੀਅਤ ਦਿੰਦੀ ਹੈ। ਮੈਂ ਤੁਹਾਨੂੰ ਪਤਾ ਇਮਰਾਨ ਭਾਈ ਕੁਰਾਨੇ ਮਜੀਦ ਦੀ ਆਇਤ ਲਾ ਕੇ ਉੱਤੇ ਉਹ ਲਿਖ ਕੇ ਉਹਦਾ ਤਰਜਮਾ ਲਿਖ ਕੇ ਯਾਰ ਬੈਠੇ ਰਹਿਣ ਦੋ। ਅਸੀਂ ਕੀ ਕਰ ਸਕਦੇ ਮੈਂ ਤੇ ਪਰੇਸ਼ਾਨ ਹਾਂ ਕਦੇ ਮੈਂ ਮਦਦ ਆਪਣੇ ਨਾਲ ਜਿਹੜੀ ਤਸਵੀਰ ਲਾਈ ਉਹਨਾਂ ਨੇ ਹੈ ਕਿਸੇ ਤੋਂ ਪਰੇਸ਼ਾਨ ਹੋਇਆ ਕਰੋ। ਮੈਂ ਭੇਜਦਾ ਤੈਨੂੰ ਉਹ ਤਸਵੀਰ ਇੱਥੇ ਲਾ ਕੇ ਵਿਖਾ। ਚਲੋ ਮੇਰੀ ਗੱਲ ਸੁਣੋ ਇਮਰਾਨ ਭਾਈ ਅਗਰ ਇੰਨਾ ਹੀ ਖੁੱਲਾ ਛੱਡ ਦਿੱਤਾ ਜਾਏ ਠੀਕ ਹੈ, ਤੇ ਫਿਰ ਇੱਕ ਟਾਈਮ ਆਉਂਦਾ ਹੈ ਕਿ ਉਹ ਡਸਣ ਨੂੰ ਫਿਰਦੇ ਨੇ ਕਾਲੇ ਨਾਲ। ਠੀਕ ਹੈ, ਮਾੜੀ ਜੀ ਸਿਰੀ ਕੱਢਦੇ ਨੇ, ਇੱਕ ਸੋਟਾ ਮਾਰ ਕੇ ਇੱਕ ਵਾਰੀ ਵੇਖ ਲਈਦਾ ਸਿਰ ਯਾਰ ਸਾਨੂੰ ਨਹੀਂ ਕੋਈ ਵੀ ਦੱਸ ਜਾਂਦਾ ਨਾ ਐਡੇ ਅਸੀਂ ਸਰ ਪਹਿਲੋਂ ਨਹੀਂ ਦੱਸੇ ਗਏ ਤੁਸੀਂ? ਨਹੀਂ ਕੋਈ ਨਹੀਂ ਸਾਨੂੰ ਦੱਸ ਸਕਦਾ ਤੇ ਨਾ ਸਾਨੂੰ ਕੋਈ ਦੱਸਣ ਡਿਆ। ਚਲੋ ਠੀਕ ਹੈ। ਬਹਰਹਾਲ ਮੈਂ ਤੁਹਾਨੂੰ ਪਤਾ ਇਮਰਾਨ ਭਾਈ ਮੈਂ ਨਾ ਕਦੀ ਕਿਸੇ ਨੂੰ ਇੰਨਾ ਡਿਸਕਸ ਕੀਤਾ। ਅੱਛਾ ਰਾਣਾ ਸਾਹਿਬ ਇੱਕ ਮਿੰਟ ਜਾਣਾ ਹੀ ਅਸੀਂ ਉਹਨਾਂ ਦਾ ਹਿਸਾਬ ਲੈਣਾ। ਰਾਣਾ ਸਾਹਿਬ ਰੁਕ ਜਾਓ, ਕੋਈ ਮਸਲਾ ਨਹੀਂ। ਰਾਣਾ ਸਾਹਿਬ ਰੁਕ ਜਾਓ, ਲਾਈ ਰੱਖਣ ਦੋ। ਕੀ ਕਰੀਏ ਨਾ ਵੀ ਨਹੀਂ ਯਾਰ ਤਸਵੀਰ ਅਸੀਂ ਕੀ ਕਰੀਏ? ਅਸੀਂ ਇਕਦਾਮ ਉਹਨਾਂ ਦੇ ਕੋਈ ਮੈਂ ਦੱਸਣ ਲੱਗਾ ਨਾ ਇਮਰਾਨ ਭਾਈ, ਮੈਨੂੰ ਸੁਣ ਤੇ ਲੋ ਲੱਗਾ ਰਹਿਣ ਦੋ ਉਹਨਾਂ ਨੂੰ। ਹਾਂ ਸੁਣ ਲਓ ਮੇਰੀ ਗੱਲ। ਉਹਨੇ ਉਹ ਕਰ ਦਿੱਤਾ, ਕਰਨ ਦੋ ਬਈ, ਸਾਡਾ ਕੀ ਲੈਣ ਡਿਆ? ਕਰਨ ਦੋ ਇਮਰਾਨ ਭਾਈ, ਸੁਣੋ ਤਾਂ ਸਹੀ। ਹੁਣ ਆਖਰੀ ਗੱਲ ਸੁਣੋ। ਉਮਹਾਤੁਲ ਮੋਮਿਨੀਨ ਨੂੰ ਕੋਈ ਗਾਲਾਂ ਕੱਢੇ, ਕੋਈ ਰਸੂਲ ਅੱਲਾਹ ਨੂੰ ਸਰ ਮੈਂ ਦੂਜੀ ਗੱਲ ਦੱਸਣ ਲੱਗਾ ਨਾ, ਸੁਣੋ ਤਾਂ ਸਹੀ। ਲਵਾ ਕੇ ਗਾਲਾਂ ਕਢਵਾਏ ਤੇ ਇਮਰਾਨ ਭਾਈ ਸੁਣ ਤੇ ਲਵੋ ਹੁਣ। ਜਮਾਤ ਨਾਲ ਕਹਿਣ ਦੋ। ਸਰ ਸੁਣ ਤੇ ਲਵੋ
ਸੁਣ ਤੇ ਲਵੋ ਹੁਣ ਗੱਲ ਮੇਰੀ ਸੁਣੋ। ਗੱਲ ਇਹ ਵੇ ਇਮਰਾਨ ਖਾਨ ਸਾਹਿਬ, ਸਾਨੂੰ ਇਸ ਚੀਜ਼ ਨਾਲ ਕੋਈ ਮਸਲਾ ਨਹੀਂ, ਠੀਕ ਹੈ। ਜਿਹੜਾ ਕੱਢਦਾ ਉਹ ਆਪਣੇ ਵਾਸਤੇ ਜਹੰਨਮ ਦੇ ਵਿੱਚ ਅੱਗ ਹੀ ਪੈਦਾ ਕਰ ਰਿਹਾ, ਆਪਣੇ ਅਜ਼ਾਬ ਦੇ ਵਿੱਚ ਇਜ਼ਾਫਾ ਕਰ ਰਿਹਾ, ਜੋ ਉਮੁਲ ਮੁਮਿਨੀਨ ਨੂੰ ਗਾਲਾਂ ਕੱਢ ਰਿਹਾ ਬੈਠ ਕੇ, ਤੇ ਜੋ ਉਹਨੂੰ ਜਿਹੜੇ ਉਹਨੂੰ ਸਪੋਰਟ ਕਰ ਰਹੇ ਨੇ, ਠੀਕ ਹੈ, ਉਹ ਕਰ ਰਹੇ ਨੇ। ਲੇਕਿਨ ਸਾਡਾ ਇੱਕ ਆਪਣੀ ਤੌਰ 'ਤੇ ਆਪਣੀ ਤਰਫੋਂ ਇੱਕ ਪੈਗਾਮ ਜਾਰੀ ਕਰਨਾ ਬਣਦਾ ਸੀ। ਹੁਣ ਮੇਰੀ ਗੱਲ ਤਾਂ ਮੰਨ ਲਾ, ਸੁਣ ਲਿਓ। ਅੱਜ ਸੁਬਾਹ ਦਾ ਮਜ਼ਲੂਮੀਅਤ ਕਾਰਡ ਖੇਡਦਿਆਂ ਹੋਇਆਂ ਆਪ ਨੂੰ ਜੋ ਗਾਲੀਆਂ ਦਿੱਤੀਆਂ ਗਈਆਂ ਹਨ, ਉਹਨਾਂ ਨੂੰ ਬਜ਼ੁਰਗਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਜਿਹੜੇ ਅਹਿਮਦੀ ਬਜ਼ੁਰਗ ਨੇ ਅਹਿਮਦੀਆਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਕਾਬਲੇ ਮਜ਼ੰਮਤ ਗੱਲ ਹੈ, ਠੀਕ ਹੈ। ਕਾਬਲੇ ਕਹਿ ਲਓ ਕਿ ਇਹਨਾਂ ਦੇ ਉੱਤੇ ਅਫਸੋਸ, ਇਹਨਾਂ ਦੇ ਜ਼ਿਹਨੀ ਜਿਹੜਾ ਨਾ ਇਹਨਾਂ ਦਾ ਜ਼ਿਹਨ ਹੈ, ਉਹਦੇ ਤੇ ਅਫਸੋਸ ਹੁੰਦਾ ਹੈ, ਠੀਕ ਹੈ, ਕਿ ਸਰ ਤੁਹਾਡਾ ਕਿਹੜਾ ਜ਼ਿਹਨ ਹੈ, ਕਿਸ ਜ਼ਿਹਨ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਕਿ ਤੁਸੀਂ ਅਗਰ ਇੰਨੀ ਹੀ ਮੁਖਾਲਫਤ ਕਰਨੀ ਹੈ, ਇੰਨੀ ਹੀ ਤੁਹਾਨੂੰ ਬਜ਼ੁਰਗ ਬੁਰੇ ਲੱਗਦੇ ਨੇ, ਇੰਨੇ ਹੀ ਕਿਸੇ ਦੇ ਕਾਬਰ ਭੈੜੇ ਲੱਗਦੇ ਨੇ, ਤੇ ਤੁਸੀਂ ਉਹਨਾਂ ਤੋਂ ਅਲੈਹਦਗੀ ਇਖਤਿਆਰ ਕਰੋ, ਉਹਨਾਂ ਦੇ ਬਾਰੇ 'ਚ ਝੂਠਾ ਪ੍ਰੋਪੇਗੈਂਡਾ ਤਾਂ ਨਾ ਪੈਦਾ ਕਰੋ। ਹੁਣ ਕਿਸੇ ਬੰਦੇ ਦੀ ਆਡੀਓ ਸੁਣਾ ਕੇ ਇਹ ਕਿਹਾ ਜਾ ਰਿਹਾ ਹੈ ਇਹ ਫਲਾਣੇ ਬਜ਼ੁਰਗ ਦਾ ਰਿਸ਼ਤੇਦਾਰ, ਇਹ ਫਲਾਣੇ ਬਜ਼ੁਰਗ ਦਾ ਰਿਸ਼ਤੇਦਾਰ, ਇਹ ਫਲਾਣੇ ਬਜ਼ੁਰਗ ਦਾ ਰਿਸ਼ਤੇਦਾਰ, ਇਹ ਫਲਾਣੇ ਆਪਣਾ ਇਮਾਮ ਦਾ ਰਿਸ਼ਤੇਦਾਰ, ਇਹ ਫਲਾਣੇ ਦਾ ਰਿਸ਼ਤੇਦਾਰ, ਠੀਕ ਹੈ। ਤੇ ਖੁਦ ਕਹਿਣ ਦੋ ਕੀ ਫਰਕ ਪੈ ਗਿਆ, ਖੁਦ ਕੀ ਆਪਣਾ ਫਰਕ ਪੈ ਸੁਣ ਗਿਆ ਲਓ ਇਹ ਦੱਸੋ ਨਾ। ਖੁਦ ਸੁਣ ਲਓ ਯਾਰਾ ਉਹ ਨਾ ਸਰ ਮੇਰੀ ਗੱਲ ਤੇ ਪੂਰੀ ਸੁਣ ਲਓ। ਹਾਥੀ ਚਲੇ ਬਾਜ਼ਾਰ ਤੇ ਕੁੱਤੇ ਭੌਂਕੇ ਹਜ਼ਾਰ, ਉਹ ਤੁਸੀਂ ਕਿਹੜੇ ਕੰਮ 'ਚ ਪਏ? ਨਹੀਂ ਗੱਲ ਸੁਣੋ, ਉਹ ਕਾਲੂ ਸਾਹਿਬ ਗੱਲ ਸੁਣੋ, ਗੱਲ ਸੁਣ ਲਓ ਮੇਰੀ। ਮੈਂ ਇਹ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਇਸ ਗੱਲ ਤੇ ਜ਼ਰੂਰੀ ਸੀ ਇਹ ਬਿਆਨ ਦੇਣਾ ਕਿ ਬਈ ਜਿਨ੍ਹਾਂ ਨਾਲ ਮੈਨੂੰ ਜੋੜ ਰਹੇ ਨੇ ਤੇ ਜਿਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਮੈਂ ਗੱਲ ਕਲੀਅਰ ਕਰ ਦਿਆਂ ਕਿ ਮੇਰਾ ਉਹਨਾਂ ਨਾਲ ਕੋਈ ਐਸਾ ਤਲਕ ਨਹੀਂ ਜਿੰਦਾ ਇਹ ਬਿਆਨ ਕਰ ਰਹੇ ਨੇ, ਠੀਕ ਹੈ। ਕੋਈ ਐਸੀ ਰਿਸ਼ਤੇਦਾਰੀ ਨਹੀਂ ਜਿੰਦੀ ਇਹ ਬਿਆਨ ਕਰ ਰਹੇ ਨੇ, ਤੇ ਇਹ ਬਿਲਕੁਲ ਇਹ ਨਾਜਾਇਜ਼ ਕਰ ਰਹੇ ਨੇ ਤਾਂ ਕਿ ਉਹ ਮਤਲਬ ਮੇਰੇ ਕੋਲ ਜਿਹੜੀਆਂ ਗਲਤੀਆਂ ਨੇ, ਜੋ ਮਤਲਬ ਕਈ ਵਾਰੀ ਨਹੀਂ ਇਹਨਾਂ ਦਾ ਤਲਕ ਨਹੀਂ ਹੈ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨਾਲ, ਇਹ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਤਲਕ ਰੱਖਦੇ ਆਪਣੇ। ਮੈਂ ਹੁਣ ਅਗਲੀ ਗੱਲ ਜੇ ਜੀ ਅਸੀਂ ਹੁਣ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਹਿਣ ਲੱਗ ਪਈ ਨਾਉਜ਼ ਬਿਲlah। ਇਹਨਾਂ ਕੋਲ ਤਾਂ ਸ਼ਾਇਦ ਪੱਕੀ, ਇਹਨਾਂ ਕੋਲ ਕੱਚੀ ਰਿਪੋਰਟ ਹੈ, ਮੇਰੇ ਕੋਲ ਪੱਕੀ ਰਿਪੋਰਟ ਹੈ ਕਿ ਜਿਨ੍ਹਾਂ ਨਾਲ ਮੁਹੰਮਦ ਅਹਿਮਦ ਸਾਹਿਬ ਦੀ ਰਿਸ਼ਤੇਦਾਰੀ ਹੈ, ਉਹ ਜਮਾਤ ਨੂੰ ਬੜਾ ਅੱਛਾ ਸਰਵ ਕਰ ਰਹੇ ਨੇ। ਹੁਣ ਮੈਂ ਜੇ ਉਹਨਾਂ ਦਾ ਨਾਮ ਲਵਾਂ, ਉਹ ਵੀ ਸਾਡੀ ਜਮਾਤ ਦੀ ਬਦਨਾਮੀ ਹੈ, ਉਹ ਵੀ ਸਾਡੀ ਜਮਾਤ ਦੀ ਬਦਨਾਮੀ ਹੈ। ਮੈਂ ਨਹੀਂ ਉਹ ਕਰਨਾ ਚਾਹੁੰਦਾ, ਉਹ ਮੈਂ ਕਰਾਂਗਾ ਕਿ ਰੂਹਾਨੀ ਫਜ਼ਾਨ ਭਾਈ ਵੇਖੋ। ਅੱਛਾ ਇੱਕ ਮਿੰਟ ਬੜੀ ਜ਼ਰੂਰੀ ਗੱਲ ਆਈ ਹੈ, ਮੈਨੂੰ ਬੜੀ ਜ਼ਰੂਰੀ ਗੱਲ ਆਈ ਹੈ। अस्सलाम वालेकुम अल्ताफ साहब। ਵਾਲੇਕੁਮ ਸਲਾਮ। ਅਲਤਾਫ ਸਾਹਿਬ ਤੁਸੀਂ ਮੈਨੂੰ ਮੈਸੇਜ ਆਏ ਨੇ, ਪਤਾ ਨਹੀਂ ਤੁਸੀਂ ਹੁਣੇ ਕਿਤੇ ਸ਼ਾਤਮੀਅਤ ਕਰਕੇ ਆਏ ਹੋ, ਕੋਈ ਇਹੋ ਜੀ ਗੱਲ? ਮੈਂ ਬਹੁਤ ਵੱਡੀ ਸ਼ਾਤਮੀਅਤ ਕਰਕੇ ਆਇਆ ਜੀ। ਦੱਸੋ ਕੀ ਗੱਲ ਕਰਕੇ ਆਏ ਹੋ, ਮਾੜਾ ਜਿਹਾ ਬਿਆਨ ਕਰ ਦਿਓ। ਕਿਹੜੀ ਸ਼ਾਤਮੀਅਤ? ਯਾਰ ਇੱਕ ਮਿੰਟ ਇਹ ਗੱਲ ਨਾ ਕਰੋ। ਇਲਜ਼ਾਮ ਹੈ ਤੁਹਾਡੇ ਤੇ ਜਾਂ ਵੈਸੇ ਹੀ? ਕੀ ਮੈਨੂੰ ਇਲਜ਼ਾਮ ਜ਼ਾਹਰੀ ਗੱਲ ਤੈਨੂੰ ਨਹੀਂ ਪਤਾ, ਅਲਤਾਫ ਭਾਈ ਗੁਸਤਾਖੀ ਕਰਨਗੇ। ਇੱਕ ਮਿੰਟ ਇਸ਼ਾਨ ਭਾਈ, ਇੱਕ ਮਿੰਟ। ਹਾਂਜੀ ਮੈਂ ਕੀ ਸ਼ਾਤਮੀਅਤ ਕੀਤੀ ਦੱਸੋ ਨਾ। ਪਤਾ ਨਹੀਂ, ਕੋਈ ਬੰਦੇ ਇਹੀ ਕਹਿ ਰਹੇ ਨੇ, ਮੈਸੇਜ ਕਰ ਰਹੇ ਨੇ ਕਿ ਅਲਤਾਫ ਸਾਹਿਬ ਆਈਏ ਹੁਣੇ ਹੀ। ਸਾਰੇ ਲੋਕਾਂ ਨੇ ਇਮਰਾਨ ਯਾਰ ਤੂੰ ਤੇ ਮਾਸ਼ਾਅੱਲਾ ਸਮਝਦਾਰ ਇਨਸਾਨ ਹੈ ਯਾਰ, ਇਮਤਿਆਜ਼ ਤੂੰ ਵੀ ਸਮਝਦਾਰ, ਸਾਰੇ ਸਮਝਦਾਰ ਹੋ, ਸਾਰੇ ਮੇਰੇ ਨਾਲ ਵੱਡੇ ਹੋ ਇਲਮ ਔਰ ਰੁਤਬੇ ਦੇ ਲਿਹਾਜ਼ ਨਾਲ। ਯਾਰ ਮੈਨੂੰ ਦੱਸੋ ਕਿ ਜਿਹੜਾ ਕੰਮ ਅਸੀਂ ਫੜਿਆ ਹੈ ਇਹ ਦਰੁਸਤ ਹੈ? ਜੋ ਵੀ ਜਿਹੜਾ ਕੰਮ ਦੱਸੋ, ਕੰਮ ਦੱਸੋ, ਕੰਮ ਪਹਿਲੀ ਗੱਲ ਤੇ ਕਿ ਉਹਨਾਂ ਨੂੰ ਗੱਲ ਕਰਨ ਮੌਕਾ ਦਿਓ, ਸਭ ਨੂੰ ਦਿਓ। ਮੈਨੂੰ ਇਜਾਜ਼ਤ ਦੇ ਦਿਓ ਪਲੀਜ਼। ਅਲਤਾਫ ਭਾਈ ਇੱਥੇ ਆ ਗਏ, ਤੁਸੀਂ ਆ ਕੇ ਕਹਿ ਰਹੇ ਹੋ ਤੁਹਾਡੇ ਸਾਹਮਣੇ ਬੈਠਾ ਅਲੀ ਅਕਬਰ ਉੱਥੇ ਕੀ ਕਹਿ ਰਿਹਾ ਸੀ, ਸਾਰਿਆਂ ਦੇ ਨਾਲ ਖੁਦਾ ਦੀ ਕਸਮੇ ਇੱਥੇ ਬੰਦੇ ਗਵਾਹ ਨੇ, ਮੈਂ ਉਹਦੇ ਮੂੰਹ ਤੇ ਉਹਨੂੰ ਕਿਹਾ ਜਿੱਥੇ ਤੂੰ ਗਲਤ ਉੱਥੇ ਤੂੰ ਗਲਤ ਹੈ। ਯਾਰ ਜਿੱਥੇ ਤੂੰ ਗਲਤ ਕੀ ਹੈ ਹੀ ਗਲਤ, ਤੁਸੀਂ ਇੱਥੇ ਆ ਨਹੀਂ ਇਹ ਗੱਲ ਸੁਣ ਨਾ ਕੰਮ ਕਰੋ ਆਪਣਾ ਰੂਹਾਨੀ ਫਜ਼ਾਨ ਭਾਈ। ਗੱਲ ਇਹ ਨਹੀਂ ਹੈ, ਗੱਲ ਇਹ ਵੇ, ਗੱਲ ਸਿਰਫ ਇਤਨੀ ਜੀ ਹੈ, ਉਹ ਵੀ ਗਲਤ ਹੈ, ਮੈਂ ਵੀ ਗਲਤ ਹਾਂ, ਤੁਸੀਂ ਵੀ ਗਲਤ, ਸਾਰੇ ਗਲਤ ਹੈ। ਲੇਕਿਨ ਕਿਆ ਇਹਦਾ ਇਹ ਅਸੂਲ ਹੈ ਕਿ ਅਸੀਂ ਦੁਨੀਆ ਸਾਹਮਣੇ ਢੰਡੋਰਾ ਪੀਟੀਏ? ਉਹ ਯਾਰ ਅਸੀਂ ਤੇ ਜਵਾਬਨ ਵੀ ਨਾ ਕਹੀਏ, ਕੋਸ਼ਿਸ਼ ਕਿੱਦਾਂ ਚੱਲ ਰਹੀ ਹੈ? ਤੁਹਾਨੂੰ ਕਿਹੜੀ ਉਹ ਚੀਜ਼ ਹੈ? ਉਹ ਯਾਰ ਕਿਹੜੀ ਚੀਜ਼ ਕੀ ਉਹਨਾਂ ਨਾਲ ਜਾ ਕੇ ਬਹਿ ਜਾਂਦੇ ਹੋ ਸਾਰੇ, ਅਸੀਂ ਕਿੱਧਰ ਚਲੇ ਜਾਈਏ ਯਾਰ? ਮੈਨੂੰ ਇਸ ਤਰ੍ਹਾਂ ਇਹਨਾਂ ਦਾ ਸਾਡੇ ਵਾਸਤੇ ਰਹਿ ਗਈ ਹੈ ਜਮਾਤ। ਆਪਣਾ ਰੂਹਾਨੀ ਫਜ਼ਾਨ ਭਾਈ, ਮਸ਼ਰ ਭਾਈ, ਮੈਨੂੰ ਇਹ ਨਹੀਂ ਸਿਰ ਗੱਲ ਦੱਸੋ, ਸਾਡੇ ਜੋ ਕੀੜਾ ਜਿਹੜਾ ਸਾਨੂੰ ਤੰਗ ਕਰਦਾ, ਅਸੀਂ ਚੁੱਪ ਕਰਕੇ ਨਹੀਂ ਬਹਿ ਸਕਦੇ ਹੈਗੇ। ਸਰ ਮੁਬਸ਼ਰ ਰਜ਼ਾ ਸਾਹਿਬ ਤੁਹਾਡੇ ਗੱਲ ਸੁਣੋ, ਤੁਸੀਂ ਗੁੱਸੇ 'ਚ ਇੱਕ ਮਿੰਟ ਮੁਬਸ਼ਰ ਰਜ਼ਾ ਸਾਹਿਬ ਤੁਸੀਂ ਇਸ ਟਾਈਮ ਗੁੱਸੇ 'ਚ ਹੋ, ਠੀਕ ਹੈ। ਆਰਾਮ ਨਾਲ, ਪਿਆਰ ਨਾਲ, ਮੁਹੱਬਤ ਨਾਲ, ਕੋਈ ਵੱਡਾ ਮਸਲਾ ਨਹੀਂ ਹੋ ਗਿਆ। ਅਲਤਾਫ ਸਾਹਿਬ ਮੈਂ ਦੱਸ ਦੇਣਾ, ਸਾਡੇ ਦਿਲ ਦੇ ਵਿੱਚ ਇੱਕ ਤਕਲੀਫ ਹੈ, ਠੀਕ ਹੈ। ਉਹ ਤਕਲੀਫ ਇਹ ਵੇ ਅਲਤਾਫ ਸਾਹਿਬ, ਤੁਸੀਂ ਫੈਸਲਾ ਕਰ ਦਿਓ ਇਸ ਟਾਈਮ, ਠੀਕ ਹੈ।
ਤੁਹਾਡੀ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਤੁਹਾਡੇ ਫੈਸਲੇ ਤੋਂ ਉਸ ਤੋਂ ਬਾਅਦ ਤੁਹਾਡੇ ਨਾਲ ਬੈਠਾ ਜਾਏਗਾ, ਜੇ ਤੁਹਾਡੇ ਨਾਲ ਗੱਲ ਅੱਗੇ ਕੀਤੀ ਜਾਏਗੀ ਕਿ ਨਹੀਂ ਉਸ ਸੁਣ ਲਾਂਗੇ। ਸਰ, ਇੱਕ ਬੰਦੇ ਦੇ ਉੱਤੇ ਅੱਲਾਹ ਤਾਲਾ ਵੱਲੋਂ ਲਾਨਤ ਬਰਸੀ ਹੋਏ ਔਰ ਉਹ ਲਾਨਤ ਸਾਬਤ ਹੋ ਗਈ ਹੋਏ ਕਿ ਅੱਲਾਹ ਤਾਲਾ ਵੱਲੋਂ, ਜਮਾਤ ਵੱਲੋਂ ਤੇ ਖਲੀਫਾ ਵਕਤ ਵੱਲੋਂ ਉਹਦੇ ਤੇ ਲਾਨਤ ਬਰਸੀ ਹੋਏ, ਠੀਕ ਹੈ, ਤੇ ਉਹ ਆਪਣੇ ਮੂੰਹੋਂ ਵੀ ਕਬੂਲ ਕਰ ਚੁੱਕਿਆ ਹੋਇਆ ਕਿ ਮੈਂ ਲਾਨਤੀ ਸ਼ਖਸ ਹਾਂ। ਕਿਆ ਐਸੇ ਬੰਦੇ ਨੂੰ ਧੱਕੇ ਦੇ ਨਾਲ ਜ਼ਬਰਦਸਤੀ, ਠੀਕ ਹੈ, ਜ਼ਬਰਦਸਤੀ ਧੱਕੇਸ਼ਾਹੀ ਦੇ ਨਾਲ ਜਮਾਤ ਦੇ ਨਾਲ ਜੋੜਨਾ ਚਾਹੀਦਾ? ਅੱਛਾ ਇਮਤਿਆਜ਼, ਹੁਣ ਮੈਂ ਤੇਰੀ ਪੂਰੀ ਗੱਲ ਆਰਾਮ ਨਾਲ ਸੁਣੀ, ਮੈਂ ਵਿੱਚ ਬੋਲਿਆ ਨਹੀਂ ਗਾ। ਮੈਂ ਇਸ ਗੱਲ ਦੇ ਹੱਕ 'ਚ ਨਹੀਂ ਹੈਗਾ ਕਿ ਉਹ ਇਮਤਿਆਜ਼ ਹੋਵੇ, ਉਹ ਅਲਤਾਫ ਹੋਵੇ, ਉਹ ਇਮਰਾਨ ਕਾਲੂ ਹੋਵੇ, ਉਹ ਮੇਰਾ ਭਰਾ ਰੂਹਾਨੀ ਮੁਬਸ਼ਰ ਹੋਵੇ, ਮੈਂ ਓਰੀਜਨਲ ਨਾਮ ਹੀ ਜਾਣਾ ਸਾਰਿਆਂ ਨੂੰ, ਕੋਈ ਵੀ ਹੋਵੇ ਯਾਰ, ਕੋਈ ਕਿਸੇ ਦੀ ਲਾਨਤ ਇਹ ਅੱਲਾ ਜਾਣਦਾ ਕਿਤੇ ਲਾਨਤ ਵਸੀ ਕਿਤੇ ਨਹੀਂ ਵਸੀ, ਠੀਕ ਹੈ ਨਾ। ਅਸੀਂ ਸਿਰਫ, ਮੇਰਾ ਮਕਸਦ ਸਿਰਫ ਇੰਨਾ ਹੋਵੇ ਮੇਰੇ ਪਿਆਰੇ ਭਾਈ, ਕਿ ਅਸੀਂ ਆਪਣੇ ਮੂੰਹ ਦੀ ਬਵਾਸੀਰ ਜਿਹੜੀ ਅਸੀਂ ਪੇਸ਼ ਕਰ ਰਹੇ ਨਾ ਉਹਨੂੰ ਰੋਕ ਲਈ ਸਾਰੇ ਜਣੇ। ਉਹਦੀ ਵਜ੍ਹਾ ਇਹ ਵੇ ਮੁਹੰਮਦ ਖਾਨ ਸਮਝੋ ਜੀ ਕਰੋ। ਮੈਂ ਕੋਈ ਗੱਲ ਨਹੀਂ ਕਰਨਾ, ਮੈਂ ਕਿਸੇ ਦੇ, ਮੇਰੇ ਤੁਸੀਂ ਸਾਰੇ ਭਰਾ ਹੋ, ਭਾਵੇਂ ਛੋਟੇ ਹੋ ਭਾਵੇਂ ਵੱਡੇ ਹੋ ਮੇਰੇ, ਹਾਂ ਸੁਣ ਲਓ ਸਭ ਦੀ, ਇੱਕ ਮਿੰਟ, ਮੈਂ ਸਭ ਦੀ ਇੱਜ਼ਤ ਕਰਨਾ। ਇਮਰਾਨ ਮੈਨੂੰ ਅੱਜ ਤੋਂ ਨਹੀਂ, ਇਮਰਾਨ ਮੈਨੂੰ WhatsApp ਤੋਂ ਜਾਣਦਾ। ਇਮਰਾਨ ਨੂੰ ਪੁੱਛੋ, ਮੈਂ ਕਦੀ ਅੱਜ ਤੱਕ ਕਿਸੇ ਦੀ ਡਿਸਰਿਸਪੈਕਟ ਨਹੀਂ ਕੀਤੀ ਹੈਗੀ। ਅਗਰ ਮੇਰੇ ਨਾਲ ਕੋਈ ਔਖਾ ਬੋਲਦਾ ਮੈਂ ਉੱਥੋਂ ਖਾਮੋਸ਼ੀ ਨਾਲ ਚਲਾ ਜਾਣਾ। ਸਰ, ਖਾਲੀ ਇਹਦੇ ਨਾਲ ਇਹ ਦੁਨੀਆ ਦਾ ਅਸੂਲ ਨਹੀਂ ਨਾ ਹੈ। ਸੁਣ ਲਓ ਨਾ ਅਲਤਾਫ ਸਾਹਿਬ, ਇਹ ਦੁਨੀਆ ਦਾ ਅਸੂਲ ਹੈ ਕਿ ਜਿਹੜਾ ਬੰਦੇ ਦੀ ਰਿਸਪੈਕਟ ਨਹੀਂ ਕਰਨੀ, ਉਹ ਦੁਨੀਆ ਦੇ ਕਾਮਯਾਬ ਸ਼ਖਸ ਹੈ, ਉਹ ਸਭ ਤੋਂ ਪਰਫੈਕਟ ਸ਼ਖਸ ਹੁੰਦਾ ਜਿਹਨੇ ਮੈਨੂੰ ਇਹ ਦੱਸੋ ਇਹ ਦੁਨੀਆ ਦਾ ਕਿਹੜਾ ਅਸੂਲ ਹੈ? ਦੁਨੀਆ ਦਾ ਕਿਹੜਾ ਅਸੂਲ ਹੈ? ਅਗਰ ਮਲਕ ਕੀ ਨਾਂ ਦਾ, ਮਲਕ ਦਾ ਕੀ ਨਾਂ ਦਾ, ਮਲਕਵਾਨ ਜੋ ਮਰਜ਼ੀ ਕਰਦਾ ਹੋਵੇ, ਤੁਸੀਂ ਉਹਦੀਆਂ ਮਾਵਾਂ ਭੈਣਾਂ ਧੀਆਂ ਟੰਗ ਦੋ ਯਾਰ। ਹਾਂ ਸੁਣੋ, ਮੈਂ ਦੱਸ ਦੇਣਾ ਅਲਤਾਫ ਸਾਹਿਬ, ਇਹ ਗੱਲ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਬਿਆਨ ਕਰ ਚੁੱਕਿਆ ਕਿ ਕੁਛ ਨਾਦਾਨ ਅਹਿਮਦੀਆਂ ਨੇ ਮਲਕ ਦੀਆਂ ਗਾਲਾਂ ਸੁਣ ਕੇ, ਯਾਰ ਮੈਂ ਗੱਲ ਉਹੀ ਕਰਨ ਲੱਗਾ ਰਹਾਨੀ उस पासे ना जाओ, मैं उस पासे नहीं जानता। हाँ, कॉमन अहमदी साहब को पूछो, जिन्ना टंगिया ने उन्होंने एक बंदा भी इत्थे बैठा, कैसी गल कर रहे ने यार। हाँ, सुन मैं दस लो, मैं सुन लो, पहले मैं वही गल कर लगा रहानी भाई, मैनू गल करन दिओ, मौका दिओ। अल्ताफ साहब पहली गल ते कोई बंदा साडे नाल बैठा भी कोई नहीं। दूसरी गल, उस बंदे दी मुखालफत दे विच मैनू 1 साल नहीं, घट सो घट तकरीबन मैं हुण याद करा, सॉरी घट सो घट भी मैनू 3 साल हो गए ने उस बंदे की मुखालफत करदे आ, ठीक है, उस बंदे की मुखालफत करदे आ जिहड़े बंदे ने तस्वीरां लवाइयां सन, जिहदे थ्रू लवाइयां सन। ਉਹ ਬੰਦਾ ਵੀ कह लो कि ਉਹਦੇ ਸਪੋਰਟ ਤੇ ਚੱਲ ਰਿਹਾ। ਜਿੱਦਣ ਉਹਨੂੰ ਅਸੀਂ ਪਿਆਰ ਨਾਲ ਬਹਿ ਕੇ ਸਮਝਾਵਾਂਗੇ, ਕਿਤੇ ਉਹਦੇ ਥੱਲੋਂ ਨਿਕਲੇਗਾ ਤੇ ਉਹਨੂੰ ਸਮਝਾਵਾਂਗੇ, ਉਹ ਸਮਝ ਜਾਏਗਾ, ਉਹ ਵੀ ਇਸ ਗੱਲੋਂ ਦੂਰ ਹੋ ਜਾਏਗਾ। ਲੇਕਿਨ ਜਿਹੜੇ ਬੰਦੇ ਦੀ ਉਹ ਜ਼ੇਰੇ ਨਿਗਰਾਨੀ ਹੈ, ਜਿਹੜੇ ਬੰਦੇ ਦੀ ਇਹ ਪੋਟਿਆਂ ਤੇ ਚੜਿਆ ਹੋਇਆ, ਉਸ ਬੰਦੇ ਦੀ ਮੁਖਾਲਫਤ ਅੱਜ ਵੀ ਅਸੀਂ ਕਰ ਰਹੇ, ਜਿਹਦੀ ਵਜ੍ਹਾ ਤੋਂ ਇਹ ਸਾਰੇ ਕੰਮ ਹੋ ਰਹੇ ਸਨ, ਠੀਕ ਹੈ। ਬਾਰੀ ਗੱਲ ਉਹ ਨਦਾਨ, ਉਹਦੀ ਨਦਾਨੀ, ਉਹ ਜਹਾਲ ਹੈ, ਤੇ ਉਹਦੀ ਇੱਕ ਸਾਈਡ ਤੇ ਰੱਖੋ। ਦੂਸਰੀ ਗੱਲ ਇਹ ਵੇ, ਉਹਦੇ ਮੁਕਾਬਲੇ ਦੇ ਵਿੱਚ ਜਿਹੜਾ ਮਲਕ ਤਲਤ ਨੇ ਕੰਮ ਕੀਤਾ ਕਿ ਖਲੀਫਾ ਵਕਤ ਦੀ ਫੋਟੋਆਂ ਲਵਾ, ਬੀਵੀ ਦੀ ਫੋਟੋਆਂ ਲਵਾਈਆਂ ਨੇ, ਉਹਨੂੰ ਕੀ ਕੀਤਾ ਜੇ? ਉਹਨੂੰ ਤਾਂ ਸਾਰਾ ਅੱਜ ਮੁਹੰਮਦ ਅਹਿਮਦ ਸਾਹਿਬ, ਤੁਹਾਡੇ ਚਹੀਤੇ ਮੁਹੰਮਦ ਅਹਿਮਦ ਸਾਹਿਬ ਕਹਿ ਰਹੇ ਨੇ ਇਸ ਗੰਦ ਨੂੰ ਅਸਾਂ ਨਾਲ ਲੈ ਕੇ ਚੱਲਣਾ, ਸਾਨੂੰ ਇਹ ਗੰਦ ਕਬੂਲ ਕਰਨਾ ਚਾਹੀਦਾ। ਉਹਦੇ ਬਾਰੇ 'ਚ ਕੀ ਕਰਨਾ ਜੇ? ਉਹਦੇ ਬਾਰੇ 'ਚ ਕੀ ਖਿਆਲ ਜੇ? ਉਹ ਕਹਿ ਰਹੇ ਨੇ ਇਸ ਗੰਦ ਨੂੰ ਨਾਲ ਲੈ ਕੇ ਚੱਲਣਾ ਹੈ, ਇਹ ਗੰਦ ਸਾਡੇ 'ਚ, ਇਹਨੂੰ ਅਹਿਮਦੀਅਤ ਨਾਲ ਧੱਕੇ ਨਾ ਜੋੜੋ। ਉਹ ਆਂਦਾ ਮੈਂ ਅਹਿਮਦੀ ਨਹੀਂ ਹੈ, ਮੈਂ ਅਹਿਮਦੀਅਤ ਤੋਂ ਖਾਰਜ ਹਾਂ, ਇਹ ਆਂਦੇ ਮੈਂ ਅਹਿਮਦੀ ਨਾਲ ਕੋਈ ਕਮੈਂਟ ਨਹੀਂ ਕੀਤਾ ਕਿ ਭਾਈ ਦੂਸਰਾ ਜਿਹੜਾ ਤੁਸੀਂ ਅਸੂਲ ਪੇਸ਼ ਕੀਤਾ ਕਿ ਮੈਂ ਕਿਸੇ ਦਾ ਦਿਲ ਨਹੀਂ ਦਿਖਾਇਆ, ਸਾਰੇ ਦੁਨੀਆ ਦਾ ਅਸੂਲ ਆਖਰੀ ਅਸੂਲ ਹੈ, ਇਸ ਤੋਂ ਬਾਅਦ ਬੰਦਾ ਪਰਫੈਕਟ ਬਣ ਜਾਂਦਾ ਭਾਈ? ਨਹੀਂ, ਸਾਰੇ ਕੰਮ ਕਰਨੇ ਪੈਂਦੇ ਨੇ, ਗਲਤ ਨੂੰ ਗਲਤ ਕਹਿਣਾ ਪੈਂਦਾ ਹੈ, ਨਾ ਹੱਕ ਚੀਜ਼ ਨੂੰ ਨਾ ਹੱਕ ਕਹਿਣਾ ਪੈਂਦਾ ਹੈ ਕਿ ਨਾ ਹੱਕ ਹੋਇਆ, ਜ਼ੁਲਮ ਨੂੰ ਜ਼ੁਲਮ ਕਹਿਣਾ ਪੈਂਦਾ ਹੈ। ਤੁਸੀਂ ਕੁਛ ਵੀ ਨਹੀਂ ਕਹਿ ਰਹੇ, ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ, ਮਤਲਬ ਫੇਰ ਕਿ ਇਹ ਕੋਈ ਦੁਨੀਆ ਦਾ ਅਸੂਲ ਬਣ ਗਿਆ ਤੁਹਾਡਾ? ਇਸ ਅਸੂਲ ਦੇ ਨਾਲ ਤੁਸੀਂ ਕਾਮਨ ਮੈਨ ਜਿਹੜਾ ਹੈ, ਕਾਮਨ ਮੈਨ ਕੀ ਪਰਫੈਕਟ ਮੈਨ ਬਣ ਜਾਏਗਾ? ਨਹੀਂ ਭੈਣ, ਇੰਜ ਨਹੀਂ ਹੁੰਦਾ। ਦੁਨੀਆ ਦੇ ਵੀ ਕੋਈ ਅਸੂਲ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੈ, ਉਹ ਸਾਰੇ ਤੁਹਾਨੂੰ ਪਲਾਣੇ ਪੈਣੇ ਨੇ। ਦੌੜ ਗਏ ਹੋ ਨਾ, ਬਸ ਇੰਨਾ ਹੀ ਚਾਹੀਦਾ ਸੀ ਤੁਹਾਨੂੰ। ਇੱਥੇ ਬਹਿ ਕੇ ਬਿਆਨ ਕਰੋ, ਦੱਸੋ ਕਿ ਅਲੀ ਅਕਬਰ ਦੇ ਉੱਤੇ ਲਾਨਤ ਬਰਸੀ ਅੱਲਾਹ ਤਾਲਾ ਦੀ, ਉਹ ਲਾਨਤੀ ਸ਼ਖਸ ਜਿਹੜਾ ਉਹ ਜਮਾਤ ਦੇ ਨਾਲ ਧੱਕੇ ਨਾਲ ਜੋੜਿਆ ਜਾ ਰਿਹਾ। ਸਾਡਾ ਜਮਾਤ ਨੇ ਉਹਦਾ ਤਲਕ ਕੋ ਨਹੀਂ ਹੈ, ਕੋਈ ਵੀ ਸਾਡੇ ਨਾਲ ਉਹ ਧੱਕੇ ਨਾਲ ਜੋੜਿਆ ਜਾ ਰਿਹਾ ਔਰ ਕਿਹਾ ਜਾ ਰਿਹਾ ਇੱਕ ਪ੍ਰਾਪੋਗੰਡਾ ਕਰਕੇ, ਮਾਸੂਮੀਅਤ ਵਿਖਾ ਕੇ, ਝੂਠੇ ਪ੍ਰਾਪੋਗੰਡੇ ਕਰਕੇ, ਝੂਠੇ ਬਿਆਨ ਜਾਰੀ ਕਰਕੇ ਅੱਗੋਂ ਬਿਆਨ ਕੇ ਗੱਲ ਕੀਤੀ ਜਾ ਰਹੀ ਹੈ ਕਿ ਇਹ ਬੰਦਾ
ਸਾਨੂੰ ਉਹ ਵੇ ਆਪਣਾ ਗੰਦ ਏ ਤੇ ਅਸੀਂ ਇਸ ਗੰਦ ਨੂੰ ਨਾਲ ਲੈ ਕੇ ਚੱਲਣਾ ਹੈ। ਸਾਨੂੰ ਸਿਰਫ ਇੰਨਾ ਕੰਮ ਕਰ ਲੈਣਾ ਚਾਹੀਦਾ, ਸਾਨੂੰ ਤਸਲੀਮ ਕਰ ਲੈਣਾ ਚਾਹੀਦਾ ਕਿ ਅਲੀ ਅਕਬਰ ਗੰਦ ਏ। ਸਾਰੇ ਕੀ ਕਰ ਰਹੇ ਹੋ? ਗੰਦ ਏ, ਉਹਨੂੰ ਬਾਹਰ ਮਾਰੋ। ਸਾਨੂੰ ਕੀ ਲੋੜ ਹੈ ਇਹੋ ਜਿਹੀ ਗੰਦ ਦੀ? ਗੰਦ ਨੂੰ ਬਾਹਰ ਸੁੱਟੋ ਭਾਰਤ ਕੀ। ਤੁਸੀਂ ਆਖੋ ਨਹੀਂ ਜੀ ਤਸਲੀਮ ਕਰ ਲਓ ਗੰਦ ਏ ਤੇ ਗੰਦ ਨੂੰ ਨਾਲ ਲੈ ਕੇ ਚੱਲੋ। ਇਹ ਮੁਹੰਮਦ ਅਹਿਮਦ ਸਾਹਿਬ ਦਾ ਅੱਜ ਦਾ ਤਾਜ਼ਾ ਬਿਆਨ ਹੈ। ਭਾਈ ਨਹੀਂ, ਗੰਦ ਨੂੰ ਬਾਹਰ ਸੁੱਟਿਆ, ਉਹਦੇ ਤੇ ਅੱਲਾਹ ਤਾਲਾ ਦੀ ਲਾਨਤ ਬਰਸਾਈਏ, ਉਹਦੇ ਤੇ ਖਲੀਫਾ ਵਕਤ ਨੇ ਲਾਨਤ ਪਾਈਏ, ਜਮਾਤ ਨੇ ਕੱਢ ਕੇ ਉਹਨੂੰ ਬਾਹਰ ਸੁੱਟਿਆ। ਤੁਸੀਂ ਕਹਿੰਦੇ ਉਹਨੂੰ ਨਾਲ ਲੈ ਕੇ ਚੱਲੋ। ਭਾਈ ਨਹੀਂ ਲੈ ਕੇ ਚੱਲਦੇ, ਤੁਸੀਂ ਲੈ ਕੇ ਚੱਲੋ, ਆਪਣੀ ਅਲੱਗ ਜਮਾਤ ਬਣਾਓ, ਜਾਓ ਲੈ ਕੇ ਚੱਲੋ। ਅੱਜ ਜੀ ਮੁਹੰਮਦ ਅਹਿਮਦ ਸਾਹਿਬ ਇਹ ਉੱਤੇ ਸੂਰਤ ਲੱਗੀ ਹੈ ਤੇ ਥੱਲੇ ਮੁਹੰਮਦ ਅਹਿਮਦ ਸਾਹਿਬ ਨੇ ਤਸਵੀਰ ਲਾਈ, ਉੱਤੇ ਨਾਮ ਆਪਣਾ ਲਿਖਿਆ। ਆ ਵੇਖ ਲਓ ਸਾਰੇ। ਹਾਂਜੀ ਵਾਟਰ ਸਾਹਿਬ, ਸਲਾਮ अलैकुम। वालेकुम अस्सलाम, क्या हाल चाल है सबका? जी बिल्कुल ठीक जी। यार आप लोगों के गुस्से कब ठंडे होंगे? सर गुस्से उस दिन ठंडे होंगे जिस दिन आप इंसाफ करना सीख जाएंगे, अकाबरीन की इज्जत करना सीख जाएंगे, अकाबरीन की अहमियत को समझने लग जाएंगे और दूसरों के अकाबरीन जिनको आप अकाबरीन समझते हैं, आप उनका ठट्ठा मजाक करते हैं, करते रहें, ठीक है। अकाबरीन समझते हुए भी पता नहीं उनको अकाबर भी समझते हैं या नहीं, वो भी पता नहीं है। लेकिन जो दूसरों के अकाबर हैं उन पर हंसी ठट्ठा मजाक गलत बातें, ठीक है, बयान करके लोगों के बैठ में ठट्ठा मजाक करना छोड़ देंगे, उस दिन हम हमारे गुस्से ठंडे हो जाएंगे। कब छोड़ रहे हैं फिर ये काम? तो आजकल आपकी लड़ाई किनके साथ चल रही है? हमारी जो लड़ाई है ना वो शैतान के साथ है। हमारी लड़ाई जो है नाहक चीज के साथ है। हमारी लड़ाई झूठ के साथ है। हमारी लड़ाई झूठे प्रापोगंडे के साथ है। हमारी लड़ाई एक झूठी कौम जो झूठा प्रापोगंडा चलाती है उसके साथ है। आप पूछिए कौन है झूठा प्रोपेगेंडा कर रहा, कौन है ऐसी काम कर रहा है? हमारी लड़ाई उन गुस्ताखों के साथ है जो अकाबरीन की इज्जत करना नहीं जानते। पूछिए, अब एक एक की पहचान पूछिए, मैं आपको एक एक की पहचान बताता हूँ। ऐड से करूंगा, आज इनका मुनाजरा हुआ है मुफ्ती मुबशर से अमन अजीज साहब के साथ, दोनों के साथ। ये काफी आज भी थी सर वो आस्ता आस्ता राणा साहब जब वो पहचान पूछेंगे ना, जो मैंने अपनी लड़ाई जिन पार्टियों से बताई है उनकी पहचान पूछेंगे, मैं आस्ता आस्ता बयान करूंगा, आप सुनिएगा। इनका भी नाम उन्हीं में आता है, इनका भी नाम उन्हीं में आता है। इन्होंने ही, जो मैं आज मोहम्मद अहमद साहब की बात बयान कर रहा था कि वो मिर्जा बशीर अहमद अहमद साहब की बातों पे ठट्ठा मजाक कर रहे थे, वो स्टार्टिंग इन्होंने की थी। ये है उस बात के मेन हेड, इन्होंने स्टार्ट की थी। भाई आप उनको काबर नहीं समझते, आप उनसे कुछ नहीं सीखते। और भाई जो लोग सीखते हैं उनका ही कर लो कि हमें कितना दुख हो रहा होगा। यही काम तो गैरहमदी करते हैं आपके सामने बैठ के, मुंह पे बैठ के गालियां दे रहे होते हैं, आपको वो कोई महसूस नहीं होता। लेकिन भाई हमें होता है महसूस, हमें दुख होता है, हमें तकलीफ होती है। हमारे अकाबर को कोई बुरा भला कहता हो, उस पर हंसा छट्टी मजाक करता हो, आप बैठ के करते हैं। इसी के साथ हमारी जंग है, यही हमारी जंग है, यही हमारा गुस्सा है, इसी का हम मातम कर रहे हैं। और क्या करें फिर बताएं जी वाटर साहब? आप एक रूह अफ़ज़ा में 4 बर्फ की डलियां डालकर ठंडा पानी डालकर पिए, ठीक है जी, क्योंकि आपका गुस्सा जो ठंडा होना बड़ा ज़रूरी है। इस उम्र में नस भी फट जाती होती है। ठीक है जी, ठीक है। और इस उम्र में जब आप इस तरह के उम्र में चले जाए ना जिसमें आप हैं, ठीक है, अगर अकाबरीन की इज्जत ना करें, ठीक है, और अकाबरीन पे हंसा ठट्ठा मजाक करें, ठीक है, और अल्लाह ताला का फिर अजाब भी नाजल हो जाता है। उसका भी आपने ख्याल रखना है कि आइंदा से किसी भी अहमदी मुसलमान के अकाबर की तौहीन नहीं करनी, उस पर हंसी ठट्ठा मजाक नहीं करना, उनके बारे में गलत कमेंट्स नहीं कसने। इसका बहुत बड़ा अजाब भी आप पे नाजल हो सकता है इस उम्र में। और उसके जी हेलो, ये देखो, एक जानवर की तस्वीर लगा के नाम इन्होंने अपना साथ लिखा है और ऊपर सूरह लकमान का अरबी के साथ इन्होंने तर्जुमा लगाया है। तस्वीर थोड़ी बड़ी है तो मैं काट नहीं सका, नहीं तो वो भी आपको शो कर सकता हूँ मैं थोड़ी देर में, लेकिन वो लाइव गिर जाएगी। तो ये क्या कुरान की शातिमियत नहीं है कि आप इस तरह की हरकत करें? मतलब ये कौन सा पैगाम देने की आप कोशिश कर रहे हैं लोगों को? ये क्या मैसेज क्या दे रहे थे तस्वीर लगा के? लगाओ ना, दूसरी लगाओ। ये तो गधे वाली है, कुत्ते वाली है, जो सारा दिन 11-12 घंटे वहां पर बैठे रहते हैं जुबान निकाल के बाहर। वो भी लगाइए, नाम उसके ऊपर भी अपना लिखा हुआ है, जिस तरह ये साइड पे लिखा हुआ, सब लोग देखें। ये बाजू के नीचे नाम लिखा हुआ है मोहम्मद अहमद।
कि अपने आप को नाम साथ अपना नाम भी लिख दिया है कि ये मोहम्मद अहमद है और ऊपर सूरह लुकमान है 33-19। तो यार ये कितनी गलत बात है। मोहम्मद अहमद यार आप पढ़े लिखे इंसान हो, पहले आप गालियां निकलवाते हो लोगों को बिठा के, फिर ऊपर से फिर मासूम बन जाते हो, फिर गंदे गंदे इल्जामात लगाते हो लोगों पे। ठीक है यार, हम गए थे हुसैनी की लाइफ पे, हुसैनी ने बुलाया था तो गए थे, खुद से नहीं गए थे। उसने कहा था मेरी लाइफ पे आओ, ठीक है, वो इख्तलाफ था, वो उसने रिक्वेस्ट भेजी, 2-3 दफा मैं चला गया। लेकिन ये कोई तरीका है कि आप उधर बिठा के एक बंदे को कहो कि ये वो बंदा गालियां निकाले और गंदे गंदे अल्फाज इस्तेमाल करे। फिर आपको समझाया है कि ऐसी बातें ना करो, अच्छा नहीं लगता। चलो एक भाई ने गुस्से में आके आपको कोई गाली दे दी, उस भाई को भी नीचे उतार दिया राना ज़ाहद की बरात से, और आज आप सारा दिन ये कुरान की याद की इस तरह बेहुरमती करते रहे हो यार। मतलब इस तरह कोई गधा या कोई कुत्ता इस तरह करके कुरान की याद की तरफ इशारा कर रहा है, कोई कुत्ता, आप ये कहना चाह रहे हो यार? तो कैसे अहमदियों, क्यों जमात को बदनाम कर रहे हो यार आप? यार अगर आप इज्जत नहीं करते, हम सारे अहमदी इज्जत करते हैं यार, आप पता नहीं किस तरह के अहमदी हो जो कुरान की इज्जत नहीं करते। नहीं, ये इसके ऊपर ना पूरी बात बताएं कि ऊपर पूरी कुरान की आयत लिखी है। मैं वो अभी लगाता हूँ दूसरी तस्वीर। हाँ, पूरा लगाए ना, ऊपर पूरी कुरान की आयत है, उसके नीचे पूरा तर्जुमा है, और उसके नीचे एक में कुत्ता भी बनाया हुआ और एक में गधा बनाया हुआ नीचे। अब वाटर भाई आप भी माशाल्लाह बड़े ब्रॉड माइंडेड अहमदी हैं, और मोहम्मद अहमद साहब भी बड़े ब्रॉड माइंडेड लिबरल अहमदी हैं, सोनी साहब, अली अहमद साहब, हुसैनी साहब बड़े ब्रॉड माइंडेड लिबरल अहमदीज हैं। ये कल को ऐसा एक कुरान का तर्जमा निकलेगा, एक पहले कुरान होगा, उसमें फिर नीचे तर्जमा होगा और नीचे फिर ये तस्वीरें होंगी, ताकि कुरान की प्रॉपर समझ आए लोगों को जिस तरह ये समझा रहे हैं। वाटर भाई कितना खूबसूरत आइडिया है, ये कभी किसी को नहीं आया, किसी भी आज से 1400 साल पहले या 14.5-15 साल पहले किसी को नहीं आया कि कुरान का पहले आयत लिखी जाए, फिर उसका तर्जमा लिखा जाए, नीचे उसी कुरान की आयत से जिस जो है उसकी तस्वीर नीचे उस जानवर की बनाई जाए और तफसीर के तौर पे वो तस्वीरें पेश की जाएं। माशाल्लाह कैसी खूबसूरत तफसीर आप जोन सी है ये मार्केट में आ रही है, इंशाल्लाह जल्द आएगी। वाटर भाई इंतजार करें। ये बड़े लिखा हुआ क्या है? हाथ उठा लिए हैं और अब आने का मशवरा दे रहे हैं, ये क्या लिखा हुआ है? अभी आपको ऊपर ना वो कुरान की आयत भी पढ़ाते हैं ना, ऊपर कुरान की आयत लिखी हुई है जिसमें वो कुत्ते का जिक्र है। ये गधे वाली है, कुत्ते वाली भी है यार, गुलाम इब्न गुलाम साहब, वो कुत्ते वाली भी निकाली नहीं, वो ये सैफी के पास है, पूरी तस्वीर इसलिए नहीं लगाई भाईजान कि उसके ऊपर आयात तो एक कुरानी लिखा हुआ है। यार हमने तो नहीं लगाई ना, वो लगा के बता दें कि जो नया कुरान मार्केट में सैफी साहब के पास है। सैफी साहब आप ये रिस्क लेना चाहते हैं? वो वाली सैफी साहब के पास है, दिखाते हैं। मैं सेंड कर देता हूँ वो तफसीर पूरी कुरान करीम की आनी चाहिए ना, जो नई तफसीर आ रही है मार्केट में, मोहम्मद अहमद साहब ला रहे हैं। एक मिनट, वो उसमें ऊपर कुत्ते का जिक्र है, तर्जमे में कुत्ते का जिक्र है और नीचे कुत्ते की तस्वीर लगाई है बना के, बड़ी खूबसूरत माशाल्लाह तफसीर आ रही है। देखें अब हम तो नहीं, ये हम तो सोच भी नहीं सकते, हमारे नजदीक तो ये शातमियत है, लेकिन ये हमारे सरकारी मुसलमान भी इस पे नहीं बोलेंगे, हुसैनी साहब भी नहीं बोलेंगे, अली अहमद साहब भी नहीं बोलेंगे, अली अकबर साहब ने तो खुद लगाई हुई थी तो ये भी नहीं बोलेंगे। ये शातमियत नहीं है, ये एक नया, इट्स अ न्यू वे ऑफ इंट्रोड्यूसिंग कुरान तफसीर। माशाल्लाह माशाल्लाह, और ये माशाल्लाह अहमदी हैं ये जो ये कर रहे हैं। ये आगे से ये जो आपने लिखा हुआ ना, इसको रिमूव करें, शाबी भाई पीछे करें, ये तस्वीर लगा के साथ अपना नाम भी लिखता है। ये देखें मोहम्मद अहमद नाम लिखा हुआ जी, तो नाम इस तरह के रखे होते हैं। कैसा यार, मैं तो हैरान हूँ उसके ऊपर कि नाम कुछ और, अब ऐसे लिखो इसके ऊपर जो तुम्हारा नाम है। हाँ ये आ गई ये वाटर भाई, ये अब नीचे ऊपर कुरान की आयत है अरबी में, उसके नीचे उर्दू में तर्जमा है और नीचे तफसीरें डायग्राम की शक्ल में तफसीर है इसकी जो वो उन्होंने की है। इसकी मिसाल कुत्ते की सी है कि अगर तुम उस पर हमला करो तो भी जुबान निकाले रखता है, और अगर इसे छोड़ दो फिर भी जुबान निकाले रखता है। और फिर उन्होंने कुत्ते को कपड़े पे ला के लगाती है ना ब्राड। एक मिनट गुलाम साहब, उन्होंने इजाजत दे दो गल करन दी, अपना साथ नाम भी लिखा हुआ। डॉक्टर भाई ये ऊपर अरबी लिखी हुई है, मैं पूरी तफसीर पता नहीं क्यों नहीं लग रही, लेकिन ऊपर अरबी भी लिखी हुई है, और ये तफसीर कुरानी जोन सी है ये नई आई है मार्केट में, उसकी शक्ल में, मतलब साथ तस्वीरी शक्ल में। हाँ इसको, हाँ ये सही कह रहे हैं यार, क्रॉस ला के बस ला दो, इन वाकई क्रॉस ला के लाओ। प्रोफेसर साहब ने सही गल की है, जो दिन क्रॉस लग के लगता है ना
नहीं तो आपका नाम लग जाना है, आपकी माशाल्लाह वैसे ही हाँ मार्केट में बड़ी इज्जत है। बड़ी इज्जत हो चुकी है ऑलरेडी, सही कह रहे हो। ये सारे काम गुनाह भी आप पर ही डाल जा रहे हैं, और आप बाकी बंदे वाटर बन भाई जाए। उस दिन के अल्फाज नहीं पे हमने ना मैं ऊपर आपसे से मार माजरत दिया चाहता भाई। हूँ। और और छट दे यार, माजरत किस बात की? ट्रूथ सीकर भाई से भी और पाकिस्तान भाई से, तीनों का मैं नाम लेके कह रहा हूँ, मैं आप लोगों से माजरत चाहता हूँ। लेकिन वाकई वो हमें बेवकूफ बना रहे हैं सैनी साहब, इस बात में मैं बिल्कुल कायम हूँ। और वो बेवकूफ बना रहे हैं और कंटिन्यूअसली बना रहे हैं हम सारों को। अल्लाह भाई ताला हम आपको जैसे जज़ा बंदों को दे, कौन आपने बेवकूफ बहुत नहीं बड़ा बनाता। दिल किया है, माफी मांगी है रूहानी प्रधान साहब, अल्लाह ताला आपको जज़ा दे। बहुत आला बहुत ये तो भाई प्यारी है बात ना किया। मेरे, ये तो सारे हाँ भाई हैं, मेरे से जबरदस्त। गलती हुई है, मैं अपने भाइयों से तो गलती की हाँ माफी नहीं मांगता हूँ। गजनी साहब, अगर बहुत इन्होंने आला। माफी मांगनी थी तो उस दिन मांगते, अब क्या, अब तो माफी इतनी पुरानी अरे हो वो गई है। नहीं वाटर भाई, ये नहीं बात। मसला ये है, जब भी बंदा अपनी गलती को महसूस करता है ना, तो हो सकता है उस दिन की मांगना चाहते हो, मौका आज मिला। तो इस वजह से आप उसको खुले दिल से एक्सेप्ट करें प्लीज, मेहरबानी आप। मैं अगर खुले दिल से एक्सेप्ट कर लूं तो ये कल मेरे साथ फिर वो कुछ ऐसा करेंगे नहीं जो नहीं पहले से भी बुरा होगा। नहीं, मेरी जुर्रत नहीं है, जुर्रत नहीं है वाटर भाई। इंशाल्लाह कभी आपको नहीं मौका दूंगा, मेरे से गलती हुई है, मैं माफी 3 दिन के अंदर अंदर उन्होंने खत्म कर दिया बात, तो आप ही खत्म करें वाटर भाई, छोड़ दे इसको। मैंने तो यार पहले ही कुछ नहीं कहा इनको। मैंने तो इनको कहा था कि आपने जो मेरे साथ सलूक किया है और जो मेरी जिनस बना दी है, अब आपको ही मेरे से शादी करनी पड़ेगी। नहीं यार बात छोड़ दे, वो बात ना करे ना, एक तकलीफ दे बात है, जज्बाती होकर उसके मुंह से निकल गई है बात, अब छोड़ दे। उसका ब्लड प्रेशर का इशू है, मैंने तो उसको भेजा है, अभी मुझे लगता है डॉक्टर के पास होके आया है, टेस्ट वगैरह दे आया है, मुझे लगता है इसको ब्लड प्रेशर की गोली लग जाएगी, अब हो जाएगा ठीक इंशाल्लाह, एक आधे वीक हाँ में ठीक जी, हो जाएगा। इनको जलसे से पहले पहले गोली लगवा दे, नहीं तो ये जलसे में कोई मेहमान ना फारिग कर दे। कौन सी 3? 100% ਤੁਸੀਂ ਤੇ लगनी ਕਹਿ ਰਹੇ ਹੋਣੇ ਹੋ, 100% ਇਹ लगनी। 303 ਦੀ ਕਹਿ ਰਹੇ ਜੇ ਗੋਲੀ, ਇਹ ਬਲੱਡ हाँ ਪ੍ਰੈਸ਼ਰ जी, ਦੀ ਨਹੀਂ ਕਹਿ ਰਹੇ। ਹਾਂਜੀ मैं कह रहा हूँ कि इनको जलसे से पहले पहले इनको गोली कोई दिलवा दे, नहीं तो कहीं जलसे पे कोई ने खुद मेहमान ना यकीन हजरत करें मसीह तो मौद का कॉल ये किया पकड़ वाटर ले। भाई, मैंने कॉल की, राणा साहब ने की, वहाँ पर शंपक अपना वो राजपूत भाई थे वो बैठे थे, मैं उनकी बरात नहीं सुना था। जब मुझे पता चला कि इस तरह का कोई वाकया हुआ, मैंने खुद कॉल किया, इन्होंने बोला मैं 10 मिनट में आता हूँ। मैंने कहा 10 मिनट तो बहुत सारे होते हैं, लेकिन फिर भी ये चले शुक्र है 10 मिनट के बाद आ गए। तो मतलब ये है कि हमने कोशिश की है, लेकिन भाई साहब का पारा बहुत ऊपर था। अब ऐसा ऐसा आया नीचे, बाद में डिस्कस भी किया, चलो तो उस अल्लाह ने बात को मदद किया, छोड़े तो वाटर हिसाब भाई, से आ इस गया, पे गलती इस है। पे तज्जिया करें। ये जो कुरान की तफसीरी तस्वीरी शक्ल में तफसीर आ रही है, इस पे कोई आप रोशनी डालें। माशाल्लाह हमारे बड़े समझदार आदमी हैं वो, और अहमदी हैं, और बड़े कमाल के अहमदी हैं, और बड़ी मतलब गहरी रिश्तेदारियां हैं उनकी अहमदियों में। अगर मैं इधर बता नहीं सकता मोहम्मद अहमद साहब की, वो आपको मैं बताऊं तो आप लोगों के शायद ओसान खता हो जाएं कि कैसे कैसे मतलब आला रिश्तेदारियां उनकी अहमदियों में, और बहुत आला करके ये एक नई किस्म का कुरान की तफसीर आ रही है तस्वीरी शक्ल में। नाउजुबिल्ला जो ये एक इधर हम दफा हम बता रहे हैं। फजान भाई, आप वो भी एक्सप्लेन करते, वाटर भाई उधर बैठते हैं, तो इनको बता दें कि वो जो आपका संगत एक तो आपने उसके ऊपर लानत किया झूठ बोलने वाले पे, तो आप वो भी जरा इनको बता दें ताकि ये मैसेज फिर वहां पर पहुंचा दें। हाँ बिल्कुल, नहीं वाटर भाई को तो पता ही है, वैसे तो हमारी रिकॉर्डिंग हो रही है सारी, वो इंशाल्लाह ताला आपको वो किसी भी गैर अहमदी की नजर आ जाएगी यूट्यूब चैनल पे। लेकिन वाटर भाई ये वो आप गए थे, वाटर भाई भी थे उधर आज? आज तो पता नहीं, मुझे नहीं पता आज का डेट, मैंने नहीं देखा, लेकिन मोहम्मद मैसेज अहमद साहब जाती है की ना ब्रॉड वाटर पे भाई ना को। झूठो झूठ चुताली चल रहा था आज, झूठ पे झूठ बोली जा रहे थे, और मौलाना गुलाम सुल राजी साहब से के साथ मेरी रिश्तेदारी बना के लगा रहे थे, जो बिल्कुल भी उसमें कोई हकीकत नहीं है। और मैंने लानतुल्लाह अलल काज़िबीन की है, लानतुल्लाह अलल काज़िबीन, जो कह रहे थे कि ये उनका पोता है या पड़पोता है या नवासा है या पड़नवासा, मुझे नहीं पता किसने, मुझे ये मिली है खबर, क्योंकि मैं ब्रॉड नहीं सुन सका। ये तो बड़ी मशहूर खबर है, ये तो मुझे हाँ किसी और ब्रॉड से मिली कि आप उनके पड़पोते हैं। हाँ, या कोई पड़नवासा कह रहा है, कोई पड़पोता कह रहा है, तो मैं लानत डालता हूँ जो बंदा ये झूठ बोल रहा है उस पे। लानत अलल काज़िबीन। मुझे इतने प्यारे वजूद के साथ जोड़ा जा रहा है, मेरी औकात क्या, मैं तो नहीं समझ वैसे में आप आता उनके हूँ, लगते क्या है? कुछ भी नहीं लगता मन को, कुछ भी नहीं अहमदी भाई, लगता। सिर्फ अहमदी भाई जिस तरह जो रिश्ता आपके साथ है वही उनके साथ है, दिल का रिश्ता तो नहीं। बिल्कुल। अच्छा अच्छा अच्छा। तो यार वो तो मेरे लिए तो काबिले फख्र है, लेकिन उस
मेरा उनके साथ ताल्लुक जोड़ा अच्छा है, अल्लाह के बंदो। कोई मसला नहीं, आप कोई नापाक चीज तो नहीं है। और नहीं, लेकिन जो भी है ना हमारी हमारा वो सलाम जो है वो हज़रत मसीह औकात नहीं मौद है। अलैहिस्सलाम से है, तो उनसे क्यों नहीं। ऊपर अटैक बहरहाल वाटर भाई क्या हाल है आपका, ठीक ठाक है? बस जी अल्लाह का शुक्र है। रूहानी फिजान एक इस्तिखारा करके तो बताएं यार, ये क्या कहते हैं अपने ये रहे हैं ना, चेहरा ले चौधरी रहे हैं। नसरुल्लाह की लड़ाई कब खत्म होएगी? हो ये जाएंगे जिस दिन अमेरिका ईरान की खत्म होगी उस दिन। भाई आप तो पड़पोते हैं उनके राजे की साहब के, आप तो इस्तिखारा कर सकते हैं, अल्लाह आपको करे तो मैं खून में होता, मिला हुआ है। अल्लाह करे मैं होता, लेकिन कोई ऐसी बात नहीं है। अच्छा कोई तो ऐसी नहीं, आप अच्छे हो जाएं और कहें मैं वही हूँ। बिल्कुल नहीं, मैं अच्छा ही हूँ वाटर भाई, मैंने तो आपसे माजरत। नहीं, वो बुरे थोड़ी। यार एक तो आपका मुझे समझ नहीं आता कि आप मतलब कि ज्यादती भी ऐसी करते हैं अगले बंदे के साथ, और यानी कि उसको प्रेग्नेंट करके ही छोड़ते हैं, और उसके बाद कहते हैं कि मुझे माफ कर दो। अब मैं माफ करके आपको जाऊं किधर? यार ना करोगे साफ दिल माफी की तो बात है ना वाटर फिर भाई, एक और आया साफ जो दिल की तेरा। बात है वाटर भाई, साफ दिल की बात होती है। आप अपना बड़ापन दिखाएं और माफ कर दें, खत्म करें यार प्लीज। हुआ था मुझे तो बल्कि मजा आ रहा था। ये बाज ही नहीं इतना आ रहे भूलना थे, आप शाम इन्हें को इतना कर रोक रहे रहे हैं, थे। उसको भूलना नहीं कहते हैं। इनको बोला है, समझाया है, वो समझ भी है, उनको खुद भी महसूस हुआ है। मौलवी साहब ने भी इनको कहा कही है। तो जो अगर कोई बंदा ट्रैक पे आ रहा है तो उसको ट्रैक पे आने दिया करें यार, कोई मसला नहीं, बात को छोड़ दें पिछली प्लीज। सही, ठीक है। चले छोड़ देते हैं, कोई बात नहीं है, मैंने तो पहले ही छोड़ा हुआ है। ये खुद ही अभी बस ये जज्बाती बहुत ज्यादा है यार, इनको जज्बात को काबू में इनको रखना होगा। बात काबू पे रहेंगे या आपका भाई टिकटॉक पे रहेगा, ये दो ही काम में से एक होना है वाटर भाई। ये मुझे लगता है कि दोनों काम पहले की तरह ही चलेंगे, नहीं क्योंकि नहीं इंसान नहीं, जैसा पैदा हो जाता है ना वैसा ही फौत होता है। माफ कीता जाओ कहता और नहीं हो पाई। कर दिया वो कर दिया भाई, कर दिया, कह दिया भाई। और वाटर भाई माफ कर दो या दसा ਤੁਹਾਨੂੰ मैं फिर अच्छा अच्छा, मैं अभी फोन कॉल ले लूं एक। ਫੇਰਾ ਮੈਂ ਕਹਿੰਦਾ ਕਿ ਇਹਨਾਂ ਕੋਈ ਅੱਛੀ ਜਗ੍ਹਾ ਜਿੱਥੇ ਇਹਨਾਂ ਨੇ ਆਪਣੇ ਸਮਝਦੇ ਨੇ ਕਿ ਇੱਥੇ ਬੜਾ ਮਾਹੌਲ ਮੇਰਾ ਵਧੀਆ ਹੈ, ਉੱਥੇ ਫੇਰਾ ਹੋ ਇਹਨਾਂ ਦਾ ਪ੍ਰਧਾਨ ਸਾਹਿਬ, ਫਿਰ ਹੋ ਸਕਦਾ ਅਗਲੀ ਦਫਾ। एलो एक सही हो और जाएगा। तफसीर आई जे तस्वीरी शक्ल च ए भी मोहम्मद अहमद साहब ला रहे ने, और देखो तो माशाल्लाह ला दियो यार, खुदा दा वास्ता तो ला दियो यार, ये बहुत मतलब यार ए करो। कुरान दी तफसीर आ रही है, कालू साहब कुरान की तफसीर आ रही है तस्वीरी शक्ल में, आप इस पे रोशनी डालें को थोड़ी सी। माशाल्लाह बड़े इल्मी शख्सियत है वो। माशाल्लाह अच्छी तफसीर कर लेते हैं, वो मुफस्सिर हैं, कुरान को बड़ा अच्छा समझते हैं। तो बस ऐसे लोगों से आप ना हर कोशिश तफसीर करें। हर तफसीर के साथ अपना नाम भी लिखा हुआ है उन्होंने, हर बाजू के साथ नाम क्यों ਉਹਦੀ ਬਰਾੜ ਤੇ ਉਹਦਾ ਨਾਂ ਤੇ ਉੱਤੇ ਹੀ ਰਹਿਣਾ ਨਾ ਵਿਚਾਰੇ ਦਾ। ਉਹ ਵੀ ਕਿਤੇ लिखा यार, ਉਹਨੇ ਆਪਣੀ ਤਸਵੀਰ ਲਾ ਕੇ ਨਾਂ ਲਿਖਿਆ, ਮੇਰੇ ਕੋਲ ਇਹੀ ਨਜ਼ਰ ਆਉਂਦਾ ਮੈਨੂੰ। ਇਹ ਸਵਾਲ ਸਹੀ ਲਾਇਆ ਸੈਫੀ ਨੇ। ਹੁਣ ਸਵਾਲ ਬਣਦਾ ਜੇ, ਹੁਣ ਪੁੱਛੋ ਸਵਾਲ। ਇਹ ਛਾਤਮ ਕਰਦਾ मौला है। जट भाई को क्या कह रहे हैं? सलामकुम। मैं एक ने बेवकूफ़ी की तो आप ना करें, ना दिखाएं, गैरों की क्या सोचेंगे। तस्वीर खत्म कर दे, सवाल रहने दे, तस्वीर खत्म कर दे भाई, तस्वीर खत्म कर दे, सवाल रहने दे। यार जट साहब को कहेंगे तो बाहर निकल के फिर आऊं। जट साहब ने कॉल पाई है, बाहर निकल के जट साहब बाहर निकल के फिर आओ। खासी ਸੈਫੀ ਤੈਨੂੰ ਰਿਮੂਵ ਕਰਨੀ ਨਹੀਂ ਆਉਂਦੀ, ਥੋੜੀ ਜਿਹੀ ਹਿੰਮਤ ਕਰ, ਜਲਦੀ ਰਿਮੂਵ ਕਰ ਯਾਰ ਇਹਨੂੰ। ਨਹੀਂ ਛੱਡ ਦੋ ਉਹਨਾਂ ਨੂੰ, ਮੁਹੰਮਦ ਅਹਿਮਦ ਸਾਹਿਬ ਨੂੰ ਉਹਨਾਂ ਦੇ ਹਾਲ ਤੇ ਛੱਡ ਦੋ। ਮੱਕੀਓਂ ਅੱਗੇ ਜਾੜ ਹੁੰਦੀ ਏ, ਜਿਨ੍ਹਾਂ ਦੀ ਤਰਬੀਅਤ ਜਮਾਤ ਨਹੀਂ ਨਾ ਕਰ ਸਕਦੇ, ਤੁਸੀਂ ਨਹੀਂ ਉਹਨਾਂ ਦੀ ਕਰ ਸਕਦੇ। ਜਿੰਨਾ ਤੁਸੀਂ ਜ਼ਿਕਰ ਕਰੋਗੇ ਉਨੀ ਲੜਾਈ ਵਧੇਗੀ ਤੇ ਉਨੀ ਸਾਡੀ ਜਮਾਤ 'ਚ ਬੁਰਾਈਆਂ ਪੈਦਾ ਮਕਸਦ ਹੋਣਗੀਆਂ। ਲੜਾਈ ਦਾ ਨਹੀਂ ਹੈ, ਸਾਨੂੰ ਲੜਾਈ ਤੋਂ ਕੋਈ ਡਰ ਨਹੀਂ ਹੁੰਦਾ ਨਾ ਸਾਨੂੰ ਕੋਈ ਲੜਾਈ ਕਰਨ ਲੱਗਿਆ ਮੌਲਾ ਜੱਟ ਮੈਂ ਭਾਈ। ਜਿਸ ਬਰੋਡ ਤੇ ਵੀ ਜਾਣਾ ਉੱਥੇ ਇੱਕ ਦੂਜੇ ਨੂੰ ਗਾਲਾਂ ਜੁੜੇ ਆ, ਮੈਨੂੰ ਤਾਂ ਸਮਝ ਲੱਗਦੀ ਇਹ ਸਿੱਖਣ ਵਾਸਤੇ ਕੋਈ ਨੈਟ ਪਵਾਈਦਾ ਤੇ ਉਤੋਂ ਗਾਲਾਂ ਜੱਟ ਸਾਹਿਬ ਇੱਥੇ ਤੁਸੀਂ ਕੋਈ ਗੱਲ ਸੁਣੀ ਹੈ ਸਾਡੇ ਕੋਲੋਂ, ਕਿਸੇ ਨੇ ਗੱਲ ਕੱਢੀ ਇੱਥੇ? ਗੱਲਾਂ ਤਾਂ ਸਾਰੀਆਂ ਅੱਛੀਆਂ ਕਰਨ ਦੇ, ਤੁਸੀਂ ਵਾਕਈ ਕੋਈ ਸ਼ੱਕ ਨਹੀਂ। ਅਸੀਂ ਨਹੀਂ ਕਰਦੇ ਸਰ, ਜਿੰਨਾ ਜ਼ਿਕਰ ਕਰੋਗੇ ਨਾ ਤੇ ਉਹ ਨਹੀਂ ਫੈਲੇਗੀ। ਸਾਡੇ ਬਾਰੇ ਦੇ ਵਿੱਚ ਤੇ ਅਲੀ ਅਕਬਰ ਸਾਹਿਬ ਨੇ ਮਸ਼ਹੂਰ ਕੀਤਾ ਕਿ ਉਹ ਆਪਣੇ ਮੂੰਹੋਂ ਕਹਿੰਦੇ ਨੇ ਗਾਲਾਂ ਕੱਢੋ ਸਾਨੂੰ। ਚੱਲਾ ਤਾਂ ਮਾਫ ਕਰੋ, ਅਸੀਂ ਨਹੀਂ ਕੱਢਦੇ ਕਿਸੇ ਨੂੰ ਗਾਲ, ਅਸੀਂ ਤੇ ਬਚਦੇ ਫਿਰਦੇ। ਮੇਰਾ ਮਤਲਬ ਕਹਿੰਦਾ ਕਿ ਮੇਰਾ ਵੀਰ ਕਿ ਜਿਹੜੀ ਇਹ ਸ਼ਾਦੀਅਤ ਕਰਦੇ ਨੇ ਨਾ, ਉਹ ਨਾ ਕਰਨ, ਸਾਨੂੰ ਗਾਲਾਂ ਕੱਢੀਆਂ ਸੁਬਾ ਸ਼ਾਮ।
ਕੋਈ ਪਰਵਾਹ ਨਹੀਂ ਸਾਨੂੰ ਕਰਦੇ ਰਹਿ ਜਿੰਨਾ ਖਾਮੋਸ਼ੀ ਇਖਤਿਆਰ ਕਰ ਜਾਓਗੇ ਤੇ ਉਹਨਾਂ ਲੜਾਈ ਖਤਮ ਹੋ ਗਈ, ਆਟੋਮੈਟਿਕ ਖਤਮ ਹੋਏਗੀ। ਜਿੰਨਾ ਜ਼ਿਕਰ ਕਰੋਗੇ ਉਨੀ ਵੱਧਦੀ ਜਾਏਗੀ। ਤੇ ਇਹ ਤੁਸੀਂ ਆਪ ਹੀ ਖਤਮ ਕਰਨੀ ਹੈ। ਜਿੰਨਾ ਉਹ ਕਰਦੇ ਤੇ ਆਪੇ ਖੁਦਾ ਤਆਲਾ ਚ ਪਕੜਨ ਵਾਲਾ, ਤਾਂ ਫਿਰ ਤੁਸੀਂ ਕਿਉਂ ਜ਼ਿਕਰ ਕਰਦੇ ਬਾਰ-ਬਾਰ? ਕੋਈ ਜਮਾਤ ਤੇ ਕੋਈ ਦੀਨ ਦੀ ਗੱਲਾਂ ਕਰਿਆ ਕਰੋ। ਇੰਨਾ ਹਜੇ ਮਸੀਹ ਮੌਲਾ ਸਲਮ ਨੇ ਕਿਤਾਬਾਂ ਛੋੜ ਕੇ ਗਏ ਤੇ ਤੁਸੀਂ ਉਹ ਪੜ੍ਹਿਆ ਕਰੋ। ਉਹਦਾ ਕੋਈ ਬਹਿਸ ਅਹਿਮਦੀ ਹੋ ਜਾਏ, ਗੈਰਾਂ ਦੇ ਸਾਰਿਆਂ ਨਾਲ ਪਿਆਰ ਮੁਹੱਬਤ ਨਾਲ ਬੋਲੋ, ਰਿਸਪੈਕਟ ਕਰੋ। ਇਹ ਜੀ ਤੁਸੀਂ ਸਾਰਾ ਦਿਨ ਤਬਲੀਗ ਕਰੋ ਤੇ ਰਾਤ ਨੂੰ ਗਾਲੀ ਕੱਢ। ਮੀਰ ਸਾਹਿਬ ਉਧਰ ਲਾਈਵ ਲਾ ਕੇ ਬੈਠੇ ਨੇ, ਉਹ ਵੀ ਕੋਈ ਕਿਤਾਬ ਪੜ੍ਹ ਕੇ ਸੁਣਾ ਰਹੇ ਨੇ ਤੇ ਉਹਨਾਂ ਦੀ ਵੀ ਸੁਣ ਲਈਏ। ਹੁਣ ਸਾਹਿਬ ਭਾਈ ਲੜਾਈ ਮਾਫ ਕਰੋ, ਅੱਲਾ ਦਾ ਘਰ ਸਾਫ਼ ਕਰੋ। ਦੇ ਨਾਲ ਨਾ ਕੋਈ ਲੜਾਈ ਨਹੀਂ ਹੈਗੀ ਹੈ ਇਮਰਾਨ ਕਾਲੂ ਸਾਹਿਬ, ਅੱਲਾ ਦਾ ਵਾਸਤਾ, ਕਿਸੇ ਕਿਸਮ ਦੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ ਯਾਰ। ਮੀਰ ਸਾਹਿਬ ਕੋਲ ਹੀ ਸਾਰਾ ਦਿਨ ਬੈਠੇ ਰਹੇ ਆ, ਪਰ ਯਾਰ ਦੇਖੋ ਨਾ ਤੁਸੀਂ ਕਿ ਸਾਡੀ ਕੋਈ ਲੜਾਈ ਨਹੀਂ ਕਿਸੇ ਲਾਈਵ ਬੰਦ ਕਰੋ ਫਿਰ ਕਰਨੀ ਆ। ਅਗਰ ਕੋਈ ਗੱਲ ਕਰਨੀ ਜੋਰ ਕਰ ਲਓ। ਨਹੀਂ ਠੀਕ ਹੈ, ਕੋਈ ਨਹੀਂ, ਬਸ ਕੋਈ ਨਹੀਂ ਚੱਕਰ ਹੈਗਾ। ਉਹ ਤੁਸੀਂ ਇਹ ਦੱਸਾਂ ਗੱਲ ਕੀ ਹੋਈ ਸੀ ਇਹ ਨਾਲ ਯਾਰ, ਮੈਨੂੰ ਗੱਲ ਕਰ ਲੈਣ ਦਿਓ। ਸਾਡੇ ਨਾਲ 1122 ਸਾਹਿਬ ਨੇ ਇਖਤਲਾਫ ਕੀਤਾ ਸੀਗਾ। ਉਹਨੇ ਕਿਹਾ ਸੀਗਾ ਕਿ ਤੁਸੀਂ ਕੋਈ ਉਹਦੀ ਕੋਈ ਬੇਟੀ ਨੂੰ ਕੁਛ ਕਿਹਾ ਹੈ ਨਾ। ਅਸੀਂ ਕਿਹਾ ਕਿ ਅਸੀਂ ਕੁਛ ਵੀ ਨਹੀਂ ਕਿਹਾ, ਕੋਈ ਸਬੂਤ ਹੈ, ਕੋਈ ਗੱਲ ਹੈ ਤੇ ਲੈ ਕੇ ਆਓ। ਉਹ ਫਿਰ ਇੱਥੇ ਆਏ ਨੇ, ਉਹਨਾਂ ਨੂੰ ਅਸੀਂ ਸਾਰੀ ਗੱਲ ਦੱਸੀ ਹੈ। ਬਾਕੀ ਮੈਂ ਤਾਂ ਖਾਮੋਸ਼ ਰਿਹਾ ਸਾਰੀ ਲਾਈਵ ਦੇ ਦੌਰਾਨ। ਜਿਹੜੇ ਭਰਾਵਾਂ ਦਾ ਇਖਤਲਾਫ ਕਰ ਰਹੇ ਸਨ, ਉਹਨਾਂ ਨੇ ਤਸਵੀਰਾਂ ਭੇਜੀਆਂ। ਉਹਨੇ ਕਿਹਾ ਤਸਵੀਰਾਂ ਲਾ ਕੇ ਵਿਖਾਓ ਕਿ ਇਹ ਕੰਮ ਠੀਕ ਹੈ ਜਾਂ ਗਲਤ ਹੈ। ਇੱਕ ਸਵਾਲ ਲਿਖ ਦਿੱਤਾ, ਕਿਆ ਇਹ ਕੁਰਾਨ, ਅੱਗੇ ਨਾਮ ਲਿਖਿਆ ਸੀ ਉਹ ਵੀ ਹਟਾਤਾ, ਲਿਖ ਦਿੱਤਾ ਕਿਆ ਇਹ ਕੁਰਾਨ ਕੀ ਬੇਹੁਰਮਤੀ ਹੈ ਜਾਂ ਨਹੀਂ। ਇਹਦੇ ਚ ਕਿਹੜੀ ਬੁਰੀ ਗੱਲ ਹੈ ਦੱਸੋ। ਨਹੀਂ ਆਇਤ ਲਾ ਕੇ ਉਹਨਾਂ ਸਾਹਮਣੇ ਲਾਈ, ਇਹਦੇ ਚ ਕੁਰਾਨ ਦੀ ਕੀ ਬੇਹੁਰਮਤੀ? ਥੱਲੇ ਬਾਂਦਰ ਦੇ ਕੁੱਤੇ ਬਣਾਏ ਹੋਏ ਨੇ ਯਾਰ। ਬਾਂਦਰ ਕੁੱਤੇ ਕੁਰਾਨ ਦੇ ਵਿੱਚ ਲਿਖਿਆ ਤੇ ਬਣ ਨਹੀਂ ਸਕਦੇ ਹੋਏ ਨੇ, ਤਸਵੀਰਾਂ ਥੋੜੀ ਬਣੀਆਂ ਹੋਈਆਂ ਨੇ। ਲਿਖੇ ਹੋਏ ਦੀ ਤਸਵੀਰ ਬਣ ਜਾਏਗੀ ਤੇ ਕੀ ਹੋਏਗਾ? ਚਲੋ ਤੁਸੀਂ ਇਹ ਵਿੱਚ ਨਵਾਜ਼ ਨਾ ਹੋਵੋ ਕਰੋ ਸਾਹਿਬ। ਓਕੇ ਯਾਰ, ਠੀਕ ਹੈ ਯਾਰ, ਤੁਸੀਂ ਮਾਨੀ ਸਾਹਿਬ ਯਾਦ ਹੁੰਦੀਆਂ ਨੇ ਜਾਂ ਤਰਜਮਾ ਹੁੰਦਾ ਹੈ, ਤਸਵੀਰੀ ਸ਼ਕਲ 'ਚ ਕੁਝ ਨਹੀਂ ਲਾਇਆ ਜਾਂਦਾ ਤੇ ਇਹ ਗੈਰ ਮੁਨਾਸਬ ਗੱਲ ਹੈ। ਠੀਕ ਹੈ, ਉਹ ਵੱਖਰੀ ਰਾਏ ਨਾ, ਜੋ ਵੀ ਕਰਨਾ ਵੱਖਰੀ ਹੈ। ਉਹ ਆਪਣਾ ਨਾਮ ਹੀ ਲਿਖਿਆ, ਨਾਮ ਹੀ ਮੁਹੰਮਦ ਅਹਿਮਦ ਰੱਖਿਆ। ਯਾਰ ਇਹ ਬੁਰੀ ਗੱਲ ਹੈ ਨਾ, ਮੁਹੰਮਦ ਅਹਿਮਦ ਨਾਂ ਲਿਖ ਕੇ ਤੇ ਉੱਤੇ ਲਾ ਦੇਣਾ, ਉੱਤੇ ਨਾਲ ਆਪਣਾ ਨਾਮ ਲਿਖ ਦਿੰਦਾ। ਸਰ ਯਾਰ ਬੰਦ ਚਾਬੀ ਚੱਲੀਏ, ਬੰਦ ਹੀ ਕਰ ਦਿੰਨੇ ਯਾਰ। ਕਾਲੂ ਸਾਹਿਬ ਦਾ ਰੋਜ਼ ਚੇਂਜ ਹੋਇਆ ਹੁੰਦਾ ਹੈ। ਆਰਡਰ ਉਹਨਾਂ ਦਾ ਆ ਗਿਆ, ਬੰਦ ਕਰ ਦਿਓ, ਬੰਦ ਕਰ ਦੇ ਕੈਮਰਾ। उसमें बहुत सी चीजें मैं बात करूंगा तुझसे। बस बोला भी वेलकम, वेलकम। बाकी ये बस बोला भाई है, ये रिक्रूटर है, देखे ना ऐसे ही होते हैं ना रिक्रूटर, जलन होती है। ये इनका अपना विग का कारोबार है। माशाल्लाह माशाल्लाह। हिजबुल्लाह भाई का इतना सिंपल इंटरव्यू है, वहां पे एक खातून आगे पूछती है कि सर मैं कैसे जॉब कर सकती हूँ, कहती है देगी तो रहेगी प्रोडक्शन। वेलकम जी, वेलकम। क्या कह रहा था तू मलिक? कोई बता रहा था भाभी के बारे में, तू बातें बता रहा था, बता ना। बस मौला भाई हमारा नंबर कट गया, मलिक बहुत आगे निकल गया। सर हमारे एक दोस्त को मोहब्बत हो गई है, और सबसे अच्छी बात यह कि बीवी से हुई है अपनी। वाह, अपनी बीवी से होनी चाहिए। और आदमी को सुन्नती रन मुरीद रहना चाहिए। और शादी भी जो है मेरी अरेंज मैरिज है, और मेरी वो लव की भी मैरिज नहीं है। जैसे होती है लव की मैरिज हो तो बंदा कहता है लव की मैरिज की है, लव की है, ये वो नहीं। आई थिंक मैं कहता हूँ कि अरेंज मैरिज हो तो वो ज्यादा सक्सेसफुल रहती है। आई थिंक मेरी सोच के मुताबिक। अच्छा मलिक भाई, एक सवाल